वाहिगुरु जी का खालसा वाहिगुरु जी की फतेह। राजान राज पानान पान देवान देव शब्द स्वरूप सतगुरु श्री गुरु ग्रंथ साहिब जियां दी पवित्र अते पावन अमृतमयी गोद विच दूरों नेड़ेों चल करके संध्या दे दीवाना विच आप जी जुड़ बैठे हो। आओ इन्हां घड़ियां नूं सफलियां बनाइए। सतगुरां दी पावन अमृतमयी कथा दे विचों आप जी ने सरवण कीता सी। कामरूप देश तो चलते हुए गुरु नानक साहिब जी बेअंत नगरां शहरां पिंडां विचों लंघदे हुए नागापट्टनम दी बंदरगाह ते पहुंचे। सागर दा किनारा आया। गुरु नानक साहब जी आख देने वाले धरती का तल खत्म हो गया है। इस सागर नूं पार किवें करिए? कोई जहाज भी इस वेले संगला दी जाण वाला नहीं। भाई बाला जी आखण लगे सच्चे पातशाह जी आप ते परिपूर्ण परमात्मा हो। जल थल नभ आकाश तुसी आप ही ते सिरजे ने। इन्हां वचनां नूं सुन के गुरु पातशाह ने मूल मंत्र अपनी रस्मां तो गायब कीता। अपने दोने प्यारे साथियां नूं वचन कीता मूल मंत्र पढ़ते पढ़ते साडे पिछे पिछे आई चलो। दीन दुनिया दे वाली अगे अगे भाई बाला मरदाना जी पिछे पिछे समुद्रां दे पानियां ते तुरे जा रहे हैं। एक भी छट्टा जिस्म ते कपड़ियां ते शरीर ते नहीं पिया। इसी शब्द दा प्रताप शब्द दी महिमा। इन्हां सारे प्रकरणां नूं आप जी ने बड़े विस्तार सहित सरवण कीता। आओ कुछ समा मनकित व्यक्तियां नूं एकाग्र चित्त बनाइए। पाओ प्रेम दी सांझ। आसीस बख्शो गज बज के आखो जी सतनाम श्री गुरु साहिब जी। सतनाम श्री गुरु साहिब जी। उते देश जिह संगला दीपा पहुंचे ताके जाए समीपा। भाई बाला जी इस पावन कथा नूं बड़े प्रेम विच भिज के सुना रहे हैं। नागापट्टनम दी बंदरगाह तो चलदे सतगुर जी समुद्रां दे पानियां ते तुरदे होए जद भी किते रात दा समा आउंदा है किसे ना किसे टापू महादीप ते ठिकाना करदे। जिस टापू ते सतगुर जी जाते ने किते कोई आदिवासी लोग ने कबीलियां च रहन वाले, किते किहो जी दुनिया किते किहो जी संसारी लोग ने। गुरु पातशाह जी का सारे सत्कार करते ने, कई तिरस्कार भी करते। जदों सतगुरां दी समझ आउंदी है उपदेश लैंदे ने चरनां ते मत्था टेकदे ने। हर महादीप विच सतगुरां दे अस्थान धर्मशाला बन रही। गुरु नानक साहब महाराज शब्द का छिट्टा नाम का छिट्टा दे रहे ने। एक अकाल पुरख के चरनां नाल सब नूं जोड़ रहे।
ਇਸੇ ਤਰ੍ਹਾਂ ਕਈ ਦਿਨਾਂ ਦਾ ਸਫ਼ਰ ਜਾਰੀ ਰਿਹਾ। ਆਖਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਸੰਗਲਾਦੀਪ ਜਾਣਾ ਚਾਹੁੰਦੇ ਆ। ਸ਼੍ਰੀਲੰਕਾ, ਜਿਹਨੂੰ ਰਾਵਣ ਦੀ ਨਗਰੀ ਆਖਿਆ ਜਾਂਦਾ ਹੈ। ਗੁਰਦੇਵ ਅੱਗੇ ਅੱਗੇ ਚੱਲਦੇ ਨੇ। ਭਾਈ ਬਾਲਾ ਮਰਦਾਨਾ ਬੇਖੌਫ ਹੋ ਕੇ, ਬੇਪਰਵਾਹ ਹੋ ਕੇ ਚੱਲਦੇ ਨੇ। ਪਾਣੀ ਦੀਆਂ ਛੱਲਾਂ ਥੱਲੇ ਨੇ। ਬੜੇ ਭਿਆਨਕ ਦ੍ਰਿਸ਼ ਉਸ ਪਾਣੀ ਵਿੱਚ ਦੇਖੇ ਜਾ ਸਕਦੇ ਨੇ, ਪਰ ਸਤਿਗੁਰ ਦੀ ਐਸੀ ਓਟ ਹੈ, ਐਸੀ ਕਿਰਪਾ ਦਾ ਕਵਚ ਹੈ। ਕਹਿੰਦੇ ਪਾਣੀ ਦੀ ਇੱਕ ਬੂੰਦ ਵੀ ਸਰੀਰ ਤਾਂ ਛੱਡੋ, ਚਰਨਾਂ ਨਾਲ ਵੀ ਕਿਸੇ ਦੇ ਛੋਹਣੀ ਨਹੀਂ। ਭਾਈ ਬਾਲਾ ਜੀ ਕਹਿੰਦੇ ਮੈਂ ਜਿਉਂਦੀ ਜਾਗਦੀ ਕਰਾਮਾਤ ਨੂੰ ਵੇਖ ਬੜਾ ਹੈਰਾਨ ਹੁੰਦਾ ਸੀ। ਰਾਜੇ ਕੀ ਆਰਾਧਨੇ ਕਰਕੇ ਗਏ ਦੇਸ਼ ਤਹਿ ਸੇਵ ਵਿਚਰ ਕੇ। ਗੁਰੂ ਸਾਹਿਬ ਸੰਗਲਾਦੀਪ ਇਸ ਕਰਕੇ ਜਾ ਰਹੇ ਨੇ, ਇਥੋਂ ਦਾ ਰਾਜਾ ਸ਼ਿਵਨਾਗ ਦਿਨ ਰਾਤ ਸਤਿਗੁਰਾਂ ਦੀ ਭਗਤੀ 'ਚ ਬੈਠਾ, ਚੇਤੇ ਕਰਦਾ, ਪਿਆਰ ਕਰਦਾ ਗੁਰੂ ਨਾਨਕ ਪਾਤਸ਼ਾਹ। ਦਿਲ ਦੀਆਂ ਤਾਰਾਂ ਦੀ ਖਿੱਚ ਪੈਂਦੀ ਹੈ। ਗੁਰੂ ਸਾਹਿਬ ਆਪਣੇ ਉਸ ਸੇਵਕ ਨੂੰ ਤਾਰਨ ਚੱਲੇ ਆ। ਜਿਉਂ-ਜਿਉਂ ਸਤਿਗੁਰ ਨੇੜੇ ਨੇੜੇ ਵੱਧਦੇ ਆ ਸੰਗਲਾਦੀਪ ਦੇ, ਤਿਉਂ-ਤਿਉਂ ਰਾਜੇ ਦੀ ਖਿੱਚ ਹੋਰ ਬੇਕਰਾਰ ਹੋ ਰਹੀ ਹੈ। ਬੇਸ਼ੱਕ ਰਾਜਾ ਬੜਿਆਂ ਪਖੰਡੀਆਂ ਤੋਂ ਤਪਿਆ ਪਿਆ, ਅੱਕਿਆ ਪਿਆ। ਜਿਹੜਾ ਦੇਖਦਾ ਨਾਨਕ ਨਾਮ ਰੱਖ ਕੇ ਆ ਜਾਂਦਾ ਹੈ, ਗੁਰੂ ਕਹਾਉਣ ਲੱਗ ਪੈਂਦਾ, ਆ ਕੇ ਡੋਲ ਜਾਂਦਾ। ਇੱਥੇ ਪਾਪ ਦੀ ਨਗਰੀ ਜਦੋਂ ਵਰਤਦੀ ਹੈ। ਉਹ ਹਾਲਾਤਾਂ ਨੂੰ ਵੇਖ ਕੇ ਰਾਜਾ ਵੀ ਕਿਤੇ ਨਾ ਕਿਤੇ ਕੰਬ ਗਿਆ ਵੀ ਇਹਨਾਂ ਲੋਕਾਂ ਦੇ ਵਿੱਚੋਂ ਸੱਚਾ ਸੁੱਚਾ ਨਾਨਕ ਕੌਣ ਹੈ, ਮੈਂ ਕਿਵੇਂ ਪਤਾ ਕਰਾਂ। ਬੇਸ਼ੱਕ ਅਪਛਰਾਵਾਂ ਉਹਨਾਂ ਸਾਧੂਆਂ ਨੂੰ ਪਰਖਦੀਆਂ, ਸਾਰੇ ਡੁੱਬ ਜਾਂਦੇ ਆ। ਰਾਜੇ ਦਾ ਪ੍ਰੇਮ ਵੇਖ ਗੁਰੂ ਪਾਤਸ਼ਾਹ ਉਸ ਪਾਸੇ ਤੁਰੇ ਜਾਂਦੇ ਨੇ। ਚਲਦੇ ਚਲਦੇ ਸੰਗਲਾਦੀਪ ਕੋਲ ਆ ਗਏ। ਸ਼੍ਰੀਲੰਕਾ ਦੇ ਤੱਟ ਦੇ ਕਰੀਬ ਗੁਰੂ ਪਾਤਸ਼ਾਹ ਪੁੱਜੇ ਨੇ। ਦੋਹਰਾ ਤਹਿ ਨ੍ਰਿਪ ਕੋ ਉਪਬਨ ਹਤੋਂ ਸ਼ੁਸ਼ਕ ਕਰੋ ਜਿਹੇ ਥਾਨ ਸ੍ਰੀ ਗੁਰ ਪਰਵੇਸ਼ੇ ਤਾਸ ਮਹਿ ਦਾਸਨ ਕੇ ਸੁਖ ਦਾਨ। ਦੀਨ ਦੁਨੀਆ ਦੇ ਮਾਲਕ ਜਮਾਨੇ ਨੂੰ ਸੁਖ ਦੇਣ ਵਾਲੇ ਪਾਤਸ਼ਾਹ ਜਦੋਂ ਸੰਗਲਾਦੀਪ ਸ਼੍ਰੀਲੰਕਾ ਦੇ ਤੱਟ ਤੇ ਪਹੁੰਚੇ ਨਾ, ਦੁਨੀਆ ਵੇਖ ਵੇਖ ਅਚਰਜ ਹੈ। ਸਤਿਗੁਰ ਦੀ ਇੱਕ ਸੁਨਸਾਨ ਬੀਚ ਦੇ ਕਿਨਾਰੇ ਆਏ ਨੇ, ਜਿੱਥੇ ਰੇਤਾ ਹੀ ਰੇਤਾ ਹੈ। ਇੱਥੋਂ ਚੱਲੇ ਗੁਰੂ ਸਾਹਿਬ। ਭਾਈ ਬਾਲਾ ਮਰਦਾਨਾ ਬੜੇ ਹੈਰਾਨ ਨੇ, ਅਸੀਂ ਕਿੱਦਾਂ ਇਸ ਸਮੁੰਦਰ ਨੂੰ ਪਾਰ ਕਰ ਲਏ ਤੇ ਛੱਲਾਂ ਬੜੀਆਂ ਮਾਰ, ਭਿਆਨਕ ਤੇ ਗਹਿਰਾ ਬਹੁਤ ਹੈ। ਬਸ ਗੁਰੂ ਦੀ ਮਾਇਆ ਸੀ, ਕੋਈ ਖੇਡ ਸੀ। ਆਖਰਕਾਰ ਸਤਿਗੁਰ ਜੀ ਉਸ ਪਾਸੇ ਚੱਲੇ। ਇਸ ਸਮੁੰਦਰ ਤੋਂ ਥੋੜੀ ਦੂਰੀ ਤੇ ਇੱਕ ਬਾਗ ਸੀ ਰਾਜੇ ਦਾ, ਜੋ ਸੁੱਕਿਆ, ਜਿਹਦੇ ਰੁੱਖ ਬਿਲਕੁਲ ਖਤਮ ਹੋ ਚੁੱਕੇ, ਸੋਕਾ ਲੱਗ ਗਿਆ। ਨਾ ਕਿਤੇ ਪੱਤਾ ਹੈ, ਨਾ ਕਿਤੇ ਫੁੱਲ ਹੈ, ਨਾ ਕਿਤੇ ਘਾਹ ਹੈ। ਇਸ ਵਿਰਾਨ ਬਾਗ ਦੇ ਮਾਲੀ ਵੀ ਇਸ ਬਾਗ ਨੂੰ ਛੱਡ ਚੁੱਕੇ ਆ। ਆਸੇ ਪਾਸੇ ਤੋਂ ਪਹਿਰਾ ਰੱਖਿਆ ਜਾਂਦਾ ਹੈ ਵੀ ਕੋਈ ਪਸ਼ੂ ਪਕਸ਼ੀ ਇਸ ਬਾਗ ਦੀ ਬਰਬਾਦੀ ਨਾ ਕਰੇ, ਕਿਉਂਕਿ ਸੁੱਕਿਆ ਹੋਇਆ ਹੈ। ਕਈ ਵਾਰ ਨਾ ਪਸ਼ੂ ਆਉਂਦੇ ਆ ਉਜਾੜਾ ਕਰਨ, ਸੁੱਕੀਆਂ ਰੁੱਖਾਂ ਦੇ ਨਾਲ ਆਪਣਾ ਜਿਸਮ ਰਗੜਦੇ ਆ। ਹੁਣ ਬਾਗਬਾਨ ਇਸ ਬਾਗ ਦੇ ਵਿੱਚ ਗੇੜਾ ਲਾਉਂਦੇ ਆ। ਗੁਰੂ ਸਾਹਿਬ ਜਿਸ ਵੇਲੇ ਆਏ, ਚਰਨ ਸਤਿਗੁਰਾਂ ਨੇ ਇਸ ਬਾਗ ਵਿੱਚ ਪਾਇਆ। ਐਸੀ ਕਿਰਪਾ ਵਰਤੀ ਸੂਕੇ ਕਾਸਟ ਹਰਿਆ। ਕਹਿੰਦੇ ਸੁੱਕਿਆ ਹੋਇਆ ਬਾਗ ਮੁੱਦਤਾਂ ਤੋਂ ਇੱਕਦਮ ਹਰਾ ਭਰਾ ਹੋ ਗਿਆ। ਚੌਪਈ ਚਰਨ ਕਮਲ ਜਬ ਤੀਠਾਂ ਪਾਏ ਸੂਕੇ ਬਿਟਪ ਹਰੇ ਹੈ ਵਿਆਏ। ਬਸ ਚਰਨ ਪੈਣ ਦੀ ਦੇਰ ਸੀ। ਰਾਤ ਗੁਰੂ ਸਾਹਿਬ ਨੇ ਕੱਟੀ ਇਸ ਬਾਗ ਦੇ ਵਿੱਚ। ਭਾਈ ਬਾਲਾ ਤੇ ਮਰਦਾਨਾ ਜੀ ਦੇ ਸਮੇਤ ਭੁਜਈ ਆਰਾਮ ਕੀਤਾ। ਜਦ ਵੇਖਿਆ ਰੁੱਖ ਹਰੇ ਭਰੇ, ਫਲਾਂ ਨਾਲ ਲੱਦੇ ਹੋਏ, ਛੋਟੇ ਛੋਟੇ ਬੂਟੇ, ਵੇਲਾਂ ਹਰੀਆਂ ਭਰੀਆਂ ਹੋ ਕੇ ਵਧੀਆਂ ਹੋਈਆਂ ਨੇ। ਸਵੇਰ ਦਾ ਵੇਲਾ ਹੋਇਆ, ਇਲਾਕੇ 'ਚ ਹਾਹਾਕਾਰ ਮਚ ਗਈ। ਕਹਿੰਦੇ ਸੁੱਕਿਆ ਬਾਗ ਰਾਤੋਂ ਰਾਤ ਹਰਾ ਕਿਵੇਂ ਹੋ ਗਿਆ।
किसी ने जाके बागवान को दसिया, माली को जाके दसिया, हरेक बंदा हैरान, पर कोई ये नहीं सी जानता भी इस बाग दे विच रब परमेश्वर जी आप आए हुए हैं। बाग किहड़ा छोटा है, बहुत बड़ा के राजे का बाग है। राजे महाराजियां दे बगीचे बहुत बड़े होते हैं। लोगों के विच चर्चा का विषय बन गया भी रातों रात बाग का हरे होना कोई खेड नहीं है, ये कोई गैबी शक्ति है, कोई करामात वापरी है। आखिर मुआयना करने वास्ते कई माली बागबान इकट्ठे हुए, बाग विच प्रवेश होए ने। सुंदर सखा दल फल फूला, सोहित भा सब मन अनुकूला। जिस वेले बागबान इकट्ठे होके माली चले आ, वेखदे आ महका खिलार दे फुल लदे रुख फड़ां नाल, हर पासे हरियां भरियां बेलां धरती ते सुके पत पए आ। अचंभा जिहा जिउं-जिउं बाग च वड़दे आ, तिउं-तिउं हैरान हुंदे आ भी बेर उत्ते फल कित्थों आ गए। ऐसा की वरत गया रातों रात भाणा भी जेड़े बाग नूं ਇਹ ਕਹਿ ਕੇ ਛੱਡ ਦਿੱਤਾ ਗਿਆ ਸੀ ਵੀ ਇਹ ਕਦੇ ਹਰਾ ਹੋ ਹੀ ਨਹੀਂ ਸਕਦਾ। ਬਾਗ ਨੂੰ ਸੋਕਾ ਕਿਹੜਾ ਲੱਗਾ, ਪਾਣੀ ਵਾਲਾ ਸੋਕਾ। ਜੇ ਕੋਈ ਫੁੱਲ ਬੂਟਾ ਹੋਵੇ ਧੁੱਪ ਵਿੱਚ ਗਲ ਗਿਆ ਸੜ ਗਿਆ, ਉਹਨੂੰ ਪਾਣੀ ਪਾ ਦਿਓ ਹਰਾ ਹੋ ਜਾਂਦਾ ਹੈ। ਪਰ ਜਿਸ ਬੂਟੇ ਨੂੰ, ਰੁੱਖ ਨੂੰ, ਬਾਗ ਨੂੰ ਪਾਣੀ ਲੱਗ ਜੇ, ਉਹ ਪਾਣੀ ਨਾਲ ਮਰ ਜੇ, ਉਸ ਫਸਲ ਦਾ ਕੀ ਕਰੋ, ਕਦੇ ਹਰਾ ਨਹੀਂ ਹੁੰਦਾ। ਸਮੁੰਦਰ ਦੇ ਖਾਰੇ ਪਾਣੀ ਨੇ ਇਸ ਬਾਗ ਦੀਆਂ ਜੜਾਂ ਨੂੰ ਗਾਲ ਕੇ ਰੱਖ ਦਿੱਤਾ ਸੀ, ਇਹ ਸੁੱਕ ਚੁੱਕਿਆ ਸੀ। ਉਸ ਵੇਲੇ ਦੇ ਬਾਗਬਾਨਾਂ ਨੇ ਜਵਾਬ ਦੇ ਦਿੱਤਾ ਸੀ ਇਹ ਬਾਗ ਦੁਬਾਰਾ ਲਾਇਆ ਜਾਏਗਾ, ਇਹ ਕਦੇ ਹਰਾ ਨਹੀਂ ਹੋ ਸਕਦਾ। ਇਹ ਸਹਿਜ ਸੁਭਾਈ ਹੋਇਆ, ਵਾਤਾਵਰਨ ਬਦਲ ਗਿਆ, ਬੜਾ ਸੋਹਣਾ ਬਦਲਵਾਈ ਦਾ ਮਾਹੌਲ ਹੋ ਗਿਆ। ਭਾਈ ਬਾਲਾ ਜੀ ਵੇਖ ਬੜੇ ਹੈਰਾਨ ਵੀ ਰਾਤੋਂ ਰਾਤ ਬਾਗ ਵਿੱਚ ਆਏ, ਖੁਸ਼ਬੂ ਹੋ ਗਈ। जिथे परमेश्वर आप आए ने उत्ते सारी बनस्पति सारी सृष्टि नूं साजण वाला है, ये तो कोई वड्डी गल नहीं है। पर इस इलाके के लोगों वास्ते चर्चा बहुत वड्डी सी। राजे का हुक्म होया पता करो बाग किवें हरा होया है, तलाशी की जाए बाग। ऐसा कौन आ गया जिसने मंत्र मार बाग हरा भरा कीता है। जब है नगर के लोकन देखा, हृदय सभिन्न आचर्य सीखा। इस शहर के लोग बड़े हैरान हुए, गल्लां बातां करदे आ, अपने कोलों घाड़तां घड़दे। कोई कहता फलाना देवता दौड़ गया, कोई कहता कलयुग के समय दे विच परमात्मा ने आप किरपा कीती, कोई अपने भगवान दा नाम लवे, कोई किसे दा, कोई किसे दा, कोई किसे दा। रब ते कोई आ, पर लोकां दे रब ते बहुत ने। सब ने अपने अपने दावे कीते भी ये साडे रब दी किरपा है, साडे रब दी किरपा। लोकां दा अचंभा ते बागबान लभदे फिरदे आ, इस बाग दे विच कोई दिसदा ही नहीं, कोई नजर नहीं आउंदा, क्योंकि इन्ने संघने बाग दे विच फकीरां नूं लभना किहड़ा खेड है। जिस बाग दे विच कोई पशु भी नहीं आउंदा, पंछी भी नहीं आउंदा। अज उस बाग दीयां लहरां बहरां वापस आईयां, वो हरिया भरिया होया है। लभदे लभदे कहते इन्हां बागबानां दी मालियां दी नज़र कुछ फकीरां ते पई, जो भूंजे ही बैठे। एकदम चुप होए, इशारा कीता, डर के रहो, जिहड़े बाग हरा कर सकते मार सानू भी सकते हैं। की पता कौन, पता नहीं ना भी रब दे प्यारे आ, फकीर ने, साधु ने, शैतान ने, कौन है, किते जाना ही नहीं आता। हौली हौली दबे पैर उस सतगुरां दे पास आए जिथे पैरां दे निशान पए सी, उस पासे तुरदे ही जांदे। नेड़े आके वेखिया, बड़े सादगी दे कपड़े पाए आ, तीन फकीर चौकड़ा ला के बैठे आ। उन्हां चों एक फकीर रबाब वजाउंदा है, रबाब दीयां धुनां वजदियां, मोर बबीहे कुछ पंछी परिंदे इन्हां फकरां दे आसे पासे बैठ के धुनां सुन रहे। कैसा समा होना उस कहते बागां दे फलां दे विचों रस चुंदा है, रुख नीवे हो गए ने। गुरु नानक साहब महाराज लाके चौकड़ा सुभाविक रसना तो बाणी गा रहे ने ते भाई मर्दाना जी रबाब बजा रहे ने। चिम चिम वरसै अमृत धारा, उत्थे चिमा चिमे अमृत वरसदा है। कहते हौली हौली गए नेड़े, शब्द की समाप्ति हुई।
ਮਾਨੀ ਮਨ ਜਾਣਿਆ ਇੱਥੇ ਕੋਈ ਬੰਦਗੀ ਵਾਲਾ ਸਾਧੂ ਹੈ, ਕੋਈ ਰੱਬੀ ਨੂਰ ਲੱਗਦਾ ਏ। ਭਗਵਾਨ ਤਬ ਹੀ ਸੁਧ ਪਾਈ, ਆਨ ਗੁਰੂ ਪਗ ਗਰੀਬ ਨਿਵਾਈ। ਜਿਹੜੇ ਬਾਗਬਾਨ ਸਨ, ਬਾਗਬਾਨ ਨੂੰ ਕਹਿੰਦੇ ਆ ਜਿਹੜਾ ਇਸ ਬਾਗ ਦਾ ਮਾਲਕ ਹੋਵੇ। ਉਸ ਮਾਲਕ ਦੇ ਅੰਡਰ, ਸੁਪਰਡੈਂਟ ਦੇ ਅੰਡਰ ਜਿੰਨੇ ਬੰਦੇ ਆ, ਛੋਟੇ ਛੋਟੇ ਅਹੁਦਿਆਂ ਤੇ ਕੋਈ ਮਾਲੀ ਹੈ, ਕੋਈ ਛੋਟਾ ਬਾਗਬਾਨ ਹੈ, ਕਿਸੇ ਕੋਲ ਪਨੀਰੀ ਹੈ, ਕਿਸੇ ਕੋਲ ਫਲਾਂ ਦਾ ਇਲਾਕਾ ਹੈ, ਕਿਸੇ ਕੋਲ ਫੁੱਲ ਤੋੜ ਕੇ ਗੁਲਦਸਤੇ ਲੈ ਕੇ ਰਾਜੇ ਕੋਲ ਜਾਣ ਦੀ ਗੱਲ ਹੈ, ਕੋਈ ਰਾਜੇ ਦੀ ਸੇਜਾਂ ਤੇ ਫੁੱਲ ਵਿਛਾਉਂਦਾ ਹੈ, ਅਲੱਗ-ਅਲੱਗ ਕੰਮ ਹੁੰਦੇ ਨੇ। ਕਹਿੰਦੇ ਸਾਰਿਆਂ ਨੂੰ ਲੈ ਕੇ ਰਾਜੇ ਦਾ ਉਹ ਬਾਗਬਾਨ ਕੋਲ ਆਇਆ ਜਿਹੜਾ ਇਸ ਬਾਗ ਦਾ ਮਾਲਕ ਬਣਾਇਆ ਰਾਜੇ, ਜ਼ਿੰਮੇਵਾਰ। ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਵੇਖਿਆ, ਕਹਿੰਦੇ ਅੰਦਰੋਂ ਨਾ ਖਿੱਚ ਜੀ ਪਈ, ਲੱਗਿਆ ਜਿਵੇਂ ਕੋਈ ਰੱਬੀ ਰੂਪ ਹੋਵੇ। ਗੁਰੂ ਸਾਹਿਬ ਨੇ ਬੁਲਾਇਆ, ਨੇਤਰ ਭਰ ਕੇ ਉਹਦੇ ਵੱਲ ਵੇਖਿਆ, ਕਹਿੰਦੇ ਇਹਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਤਾ, ਬੰਦਨਾ ਕੀ ਕੋਲ ਲੱਗੇ ਬੈਠੂ ਤਾਂ ਵੇਖਿਆ ਉਹਨੇ ਵੀ ਬਾਗ ਹਰਾ ਭਰਾ, ਇਹਨਾਂ ਦੀ ਕਿਰਪਾ ਨਾਲ। ਜਿਸ ਬਾਗ ਨੂੰ ਸਮੇਂ ਦੇ ਵਿਦਵਾਨ ਹਕੀਮ ਜਵਾਬ ਦੇ ਗਏ ਆ, ਅੱਜ ਵੀ ਯੂਨੀਵਰਸਿਟੀਆਂ ਦੇ ਵਿੱਚ ਤੁਹਾਨੂੰ ਇਦਾਂ ਦੇ ਲੋਕ ਮਿਲਣਗੇ ਜੋ ਬਾਗਾਂ ਦੀ, ਖੇਤਾਂ ਦੀ, ਫਸਲਾਂ ਦੀਆਂ, ਨਸਲਾਂ ਦੀਆਂ ਗੱਲਾਂ ਕਰਦੇ, ਦਵਾਈ ਬੂਟੀ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ। ਹਰ ਪਲਾਂਟ ਦਾ ਟ੍ਰੀਟਮੈਂਟ ਹੁੰਦਾ, ਉਦੋਂ ਵੀ ਹੁੰਦਾ ਸੀ। ਉਹ ਸਾਰੇ ਹੈਰਾਨ, ਮੱਥਾ ਟੇਕਿਆ, ਕੋਲ ਬਹਿ ਗਏ, ਪੁੱਛਦੇ ਆ ਮਹਾਂਪੁਰਖੋ ਕਿੱਥੋਂ ਆਏ ਹੋ? ਗੁਰੂ ਸਾਹਿਬ ਨਹੀਂ ਬੋਲਦੇ। ਭਾਈ ਮਰਦਾਨਾ ਜੀ ਕਹਿੰਦੇ ਇਹਨੇ ਗੁਰੂ ਨਾਨਕ ਸਾਹਿਬ, ਉਹਨਾਂ ਲਈ ਨਵੀਂ ਗੱਲ ਨਹੀਂ ਸੀ ਕੋਈ। ਇੱਥੇ ਤੇ ਬਾਬਾ ਨਾਨਕ ਬਣ ਕੇ ਰੋਜ਼ ਹੀ ਕੋਈ ਨਾ ਕੋਈ ਤੁਰਿਆ ਰਹਿੰਦਾ ਸੀ, ਕੋਈ ਕਿਸੇ ਮਹੱਲੇ, ਕੋਈ ਕਿਸੇ ਮਹੱਲੇ। ਪਰ ਇਹ ਫਕੀਰ ਬੜੇ ਅਵੱਲੇ ਸੀ, ਕਿਸੇ ਵਿਹੜੇ ਨਹੀਂ ਗਏ, ਕਿਸੇ ਦੇ ਮਹੱਲੇ ਨਹੀਂ ਗਏ, ਕਿਸੇ ਦੇ ਘਰ ਨਹੀਂ ਉਤਰੇ, ਆ ਕੇ ਉੱਥੇ ਬਹਿ ਕੇ ਜਿੱਥੇ ਬੀਆਬਾਨ ਬਣਿਆ ਸੀ, ਕੋਈ ਆਉਂਦਾ ਨਹੀਂ ਸੀ, ਜਾਂਦਾ ਨਹੀਂ, ਪੰਛੀ ਵੀ ਥੰਮ ਨਹੀਂ ਸੀ ਬਾਹਰ। ਬੜੀ ਸ਼ਰਧਾ ਦੇ ਨਾਲ ਬਾਗਬਾਨ ਕੋਲ ਬੈਠਿਆ, ਮੱਥਾ ਟੇਕ ਕੇ ਪੁੱਛਦਾ ਹੈ, ਭਾਈ ਮਰਦਾਨਾ ਜੀ ਕਹਿੰਦੇ ਇਹਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ, ਸਮੁੱਚੇ ਜਗਤ ਦੇ ਗੁਰੂ ਨੇ, ਮਾਨਵਤਾ ਦੇ ਸਤਿਗੁਰ ਹਨ। ਹਰਖ ਕੀਨ ਤਿਨ ਦੇ ਵਿਸਾਲਾ, ਪੁਨ ਗਵਣਿਓ ਗਹਿ ਤੋ ਪਵਾਲਾ। ਉਸੇ ਵੇਲੇ ਨਮਸਕਾਰ ਕੀਤੀ, ਬੜਾ ਖੁਸ਼ ਹੋਇਆ ਅੰਦਰੋਂ, ਕਿਉਂਕਿ ਬਾਗਬਾਨ ਨੂੰ ਲੱਗਦਾ ਹੈ ਵੀ ਜਿਨ੍ਹਾਂ ਦੇ ਆਇਆਂ ਤੋਂ ਬਾਗ ਹਰਾ ਹੋ ਗਿਆ, ਕੋਈ ਛੋਟੀ ਖੁਦਾਈ ਤੇ ਹੈ ਨਹੀਂ। ਭਾਈ ਮਰਦਾਨਾ ਜੀ ਕਹਿੰਦੇ ਕਿੱਥੇ ਚੱਲੇ ਹੋ? ਕਹਿੰਦਾ ਜੀ ਆਪਣੇ ਰਾਜੇ ਕੋਲ। ਦੱਸ ਤੇ ਆਵਾਂ ਰਾਜੇ ਨੂੰ ਵੀ ਬਾਗ ਵਿੱਚ ਪੂਰੇ ਗੁਰੂ ਆਏ ਆ। ਕਹਿੰਦੇ ਰਹੋ, ਖੁਸ਼ੀ ਖੁਸ਼ੀ ਦੌੜਿਆ ਆਇਆ ਵੀ ਮੈਂ ਰਾਜੇ ਨੂੰ ਆ ਕੇ ਦੱਸਾਂ, ਜਿਸ ਰੱਬ ਨੂੰ ਰੋਜ਼ ਚੇਤੇ ਕਰਦਾ ਉਹ ਸੱਚਮੁੱਚ ਹੀ ਆ ਗਿਆ। ਰਾਜੇ ਕੋਲ ਭੱਜ ਕੇ ਆਇਆ, ਖੁਸ਼ੀ ਰਾਜੇ ਦੇ ਦਰਬਾਰ 'ਚ ਵੇਖੀ ਆਪਣੇ ਬਾਗਬਾਨ ਦੀ। ਕਹਿੰਦਾ ਤੂੰ ਕਿਉਂ ਖੁਸ਼ ਹੈ? ਕਹਿੰਦਾ ਜਿਸ ਸਤਿਗੁਰੂ ਨਾਨਕ ਨੂੰ ਤੂੰ ਚੇਤੇ ਕਰਦਾ ਸੀ ਨਾ, ਅੱਜ ਤੇਰੇ ਬਾਗ ਵਿੱਚ ਆਣ ਬੈਠੇ ਨੇ। ਜਾਏ ਸਭਾ ਮਹਿ ਗਿਰਾ ਉਬਾਚੇ, ਸੁਣੋ ਬਾਤ ਭੂਪਤ ਮਮ ਸਾਚੇ। ਰਾਜੇ ਨੂੰ ਉੱਚੀ ਦੇਣੇ ਆਵਾਜ਼ ਦੇ ਕੇ ਬਾਗਬਾਨ ਆਖੇ, ਕਹਿੰਦਾ ਰਾਜਾ ਸੱਚੀ ਗੱਲ ਹੈ, ਸੱਚੀ ਰੱਬ ਆ ਗਿਆ। ਰਾਜਾ ਕਹਿੰਦਾ ਫਿਰ ਕੀ ਹੋਇਆ? ਰਾਜਾ ਇਦਾਂ ਦਾ ਕਿਉਂ ਗਿਆ? ਕਿ ਬੰਦਾ ਦੁਨੀਆ ਦਾ ਸਤਾਇਆ ਨਾ ਕਈ ਵਾਰ ਪੱਥਰ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨਾਲ ਪ੍ਰੇਮ ਕਰਨ ਵਾਲਾ ਰਾਜਾ ਰੋਜ਼ ਚੇਤੇ ਕਰਦਾ ਹੈ, ਕੋਈ ਸ਼ੱਕ ਨਹੀਂ ਉਹ ਸਤਿਗੁਰਾਂ ਨੂੰ ਪ੍ਰੀਤ ਬੜੀ ਗਹਿਰੀ ਕਰਦਾ ਹੈ। ਪਰ ਜਦੋਂ ਗੁਰੂ ਦਾ ਨਾਮ ਰਖਾ ਕੇ ਕੁਝ ਧਰਮੀ ਲੋਕ ਆਉਂਦੇ ਸੀ, ਔਰਤਾਂ ਨਾਲ ਰਾਤਾਂ ਬਤੀਤ ਕਰਕੇ ਚਲੇ ਜਾਂਦੇ ਸੀ, ਕੋਈ ਉਦੋਂ ਰਾਜਾ ਕਿੰਨਾ ਤੜਫਦਾ ਹੋਣਾ ਵੀ ਧਰਮੀ ਲੋਕਾਂ ਦੇ ਆਹ ਹਾਲ ਨੇ, ਇਹੋ ਜਿਹੇ ਹੁੰਦੇ ਆ। ਤੁਸੀਂ ਕਿਸੇ ਧਾਰਮਿਕ ਬੰਦੇ ਨੂੰ ਮਾੜਾ ਕੰਮ ਕਰਦੇ ਵੇਖੋਗੇ, ਤੁਹਾਡਾ ਸਭ ਤੋਂ ਵਿਸ਼ਵਾਸ ਉੱਠ ਜਾਣਾ, ਯਾਰ ਇਹ ਇਹੋ ਜਿਹੀ ਆ। ਅਸੀਂ ਇਹੀ ਵੇਖ ਰਹੇ ਹਾਂ, ਇਹੀ ਤੇ ਪਰਖ ਹੈ ਸਾਡੀ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆ ਸਿੱਖਾ, ਤੇਰੇ ਵਾਸਤੇ ਮੈਂ ਆਸੇ ਪਾਸੇ ਕਲਯੁਗ ਦੇ ਤਾਂਡਵ ਕਰਾਵਾਂਗਾ। ਤੈਨੂੰ ਆਪਣੇ ਗੁਰੂ ਤੇ ਪਿਆਰਿਆਂ ਤੇ ਭਰੋਸਾ ਹੋਏਗਾ, ਤੂੰ ਉਹਨਾਂ ਨੂੰ ਵੇਖ ਕਦੇ ਭੁੱਲੇਗਾ ਨਹੀਂ। ਅਜੇ ਤੇ ਸ਼ੁਰੂਆਤ ਹੈ। ਐਸਾ ਕੋਈ ਵੀ ਧਾਰਮਿਕ ਥਾਵਾਂ ਤੇ ਹੋਇਆ ਕਰੇਗਾ, ਲੋਕੀ ਕਹਿਣਗੇ ਸਾਡਾ ਰੱਬ ਤੋਂ ਭਰੋਸਾ ਹੀ ਉੱਠ ਗਿਆ। ਪਰ ਜਿਹੜਾ ਅਸਲ ਸਿੱਖ ਹੁੰਦਾ ਅੰਦਰੋਂ, ਉਹ ਕਹਿੰਦਾ ਮੈਂ ਲੋਕਾਂ ਤੋਂ ਕੀ ਲੈਣਾ, ਤੇ ਲੋਕਾਂ ਦੇ ਕਰਮ ਨੇ, ਮੇਰੇ ਸਤਿਗੁਰ ਦੇ ਕਰਮ ਤੇ ਬੜੇ ਉੱਤਮ ਨੇ, ਉਹਦੇ ਬੜੀ ਭਾਵਨਾ ਵਾਲੇ ਆ। ਅੱਜ ਇਹ ਗੱਲਾਂ ਸਾਡੇ ਵਿੱਚ ਨੇ। ਕਿਸੇ ਮਰਜ਼ੀ ਧਾਰਮਿਕ ਥਾਂ ਤੇ ਜਾ ਕੇ ਜਿਹੜੇ ਮਰਜ਼ੀ ਬੰਦੇ ਨੂੰ ਕਰਕੇ ਵੇਖ ਲਓ, ਹਰੇਕ ਬੰਦਾ ਅੰਦਰੋਂ ਸੜਿਆ ਪਿਆ, ਇੱਕ ਦੂਜੇ ਦੇ ਗਲ ਪੈਣ ਨੂੰ ਫਿਰਦਾ ਹੈ। ਪਤਾ ਨਹੀਂ ਕਿੱਦਾਂ ਅਸੀਂ ਕਥਾ ਕੀਰਤਨ 'ਚ ਮਜਬੂਰੀ 'ਚ ਇਕੱਠੇ ਹੋ ਕੇ ਬਹਿ ਜਾਂਦੇ। ਜੇ ਕਿਤੇ ਸਾਡਾ ਵਸ ਚੱਲੇ ਨਾ,
ਅਸੀਂ ਤੇ ਕੁਰਸੀਆਂ ਫਿੱਟ ਕਰ ਲਈਏ ਵੀ ਇੱਥੇ ਜੇ ਬਹਿ ਗਿਆ ਤੇ ਤੇਰੀਆਂ ਲੱਤਾਂ ਤੋੜ ਦੂ। ਇੰਨੀ ਨਫ਼ਰਤ ਹਰ ਬੰਦੇ 'ਚ ਭਰੀ। ਪਰ ਉਹ ਭਾਗਾਂ ਵਾਲੇ ਨੇ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲਣ ਆਉਂਦੇ, ਸਤਿਗੁਰ ਦੇ ਪਿਆਰ 'ਚ ਭਿੱਜੇ ਆਉਂਦੇ ਆ, ਕਿਸੇ ਦੀ ਅਵਗਤੀ ਨਹੀਂ। ਅੱਜ ਗੁਰੂ ਸਾਹਿਬ ਦਾ ਆਉਣਾ ਸੁਣ ਕੇ ਰਾਜਾ ਕਹਿੰਦਾ ਫੇਰ ਕੀ ਹੋਇਆ, ਇੱਥੇ ਤੇ ਨਾਨਕ ਜੀ ਰੋਜ਼ ਹੀ ਆਉਂਦੇ। ਮਤਲਬ ਉਹਦੀਆਂ ਗੱਲਾਂ ਦੇ ਵਿੱਚ ਨਾ ਇੱਕ ਦੁੱਖ ਸੀ ਰਾਜੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਰਾਜਾ ਸਤਿਕਾਰ ਨਹੀਂ ਕਰਦਾ, ਨਹੀਂ। ਜਦੋਂ ਕੋਈ ਬੰਦਾ ਵਕਤ ਦਾ ਸਤਾਇਆ ਹੁੰਦਾ ਨਾ, ਤੇ ਜਦੋਂ ਉਹਦੇ ਸਾਹਮਣੇ ਉਹ ਗੱਲ ਰਿਪੀਟ ਹੋਵੇ, ਕਹਿੰਦਾ ਨਹੀਂ ਯਾਰ ਮੈਂ ਭਰੋਸਾ ਨਹੀਂ ਕਰ ਸਕਦਾ, ਮੈਂ ਟੁੱਟ ਚੁੱਕਿਆ, ਮੈਂ ਦੁਖੀ ਹੋ ਗਿਆ। ਪਰ ਇੱਥੇ ਆਇਆ ਬਾਗਵਾਨ ਬੜੀ ਖੁਸ਼ੀ 'ਚ ਦੱਸਦਾ ਹੈ, ਰਾਜਨ ਉਹ ਸੱਚਮੁੱਚ ਉਹੀ ਸਤਿਗੁਰ ਨੇ ਜੋ ਪੰਜਾਬੋਂ ਚੱਲ ਕੇ ਆਏ ਨੇ। ਤਮ ਸੰਤ ਏਕ ਚਲ ਆਇਓ, ਸੁਕੇ ਉਪਬਨ ਪਗ ਜਬ ਪਾਇਓ। ਰਾਜਾ ਕਹਿੰਦਾ ਤੂੰ ਕਿਵੇਂ ਕਹਿ ਸਕਦਾ ਵੀ ਉਹ ਗੁਰੂ ਨਾਨਕ ਸਾਹਿਬ ਨੇ? ਤੁਹਾਡੇ ਨਾਲ ਇੱਕ ਵਾਰ ਠੱਗੀ ਹੋ ਜੇ, ਤੁਹਾਡਾ ਕਿਸੇ ਤੇ ਵਿਸ਼ਵਾਸ ਬਣਦਾ ਨਹੀਂ। ਸੱਚੀ ਗੱਲ ਹੈ। ਕੋਈ ਇੱਕ ਬੰਦਾ, ਇੱਕ ਰਿਸ਼ਤੇਦਾਰ ਤੁਹਾਡੇ ਨਾਲ ਧੋਖਾ ਕਰ ਦੇ, ਤੁਹਾਡਾ ਕਿਸੇ ਤੇ ਵੀ ਭਰੋਸਾ ਨਹੀਂ ਬਣਦਾ। ਰਾਜਾ ਕਹਿੰਦਾ ਨਹੀਂ ਮੈਂ ਨਹੀਂ ਮੰਨ ਸਕਦਾ। ਉਹ ਕਹਿੰਦਾ ਜੀ ਮੈਂ ਇਸ ਕਰਕੇ ਮੰਨਿਆ, ਸਾਡਾ ਸੁੱਕਾ ਬਾਗ ਹਰਾ ਹੋ ਗਿਆ। ਰਾਜਾ ਕਹਿੰਦਾ ਹੈ ਇਹ ਕਿਵੇਂ ਹੋ ਗਿਆ? ਕਹਿੰਦਾ ਜੀ ਉਹਨਾਂ ਦੇ ਚਰਨ ਪਏ ਆ, ਚਰਨ ਪੈਣ ਦੀ ਦੇਰ ਸੀ, ਬਾਗ ਫਲਾਂ ਨਾਲ ਲੱਦਿਆ ਪਿਆ, ਫੁੱਲਾਂ ਨਾਲ ਭਰੀਆਂ ਪਈਆਂ ਬਗੀਚੀਆਂ। ਰਾਤੋਂ ਰਾਤ ਜਾ ਕੇ ਵੇਖੋ ਬਾਗ ਦੀ ਨੁਹਾਰ ਬਦਲ ਗਈ। ਕਿ ਰਾਜੇ ਦੇ ਦਿਲ ਨੂੰ ਗੱਲ ਲੱਗੀ, ਕੋਈ ਕੀ ਗੱਲ ਹੈ। ਅੱਜ ਤੱਕ ਕਿੰਨੇ ਆਏ ਆ, ਸੁੱਕੇ ਆਏ ਸੁੱਕੇ ਗਏ। ਕਿਸੇ ਨੇ ਕੋਈ ਖੱਟਿਆ ਇੱਥੇ ਆ ਕੇ, ਪਾਪ ਕਮਾਇਆ। ਜਿੰਨੇ ਸਾਧ ਆਏ ਉਹਨਾਂ ਲੜਕੀਆਂ ਦਾ ਰੂਪ ਵੇਖ ਵੇਖ ਡੋਲਦੇ ਰਹੇ, ਪਾਪ ਕਰਦੇ ਰਹੇ। ਤੇ ਰਾਜਾ ਕਹਿੰਦਾ ਸੀ ਇਹਨਾਂ ਨੂੰ ਇੱਜ਼ਤ ਮਾਣ ਨਾ ਤੋੜ ਦਿਓ, ਕਾਹਨੂੰ ਹੱਥ ਚੁੱਕਣਾ ਇਹਨਾਂ ਤੇ, ਕਿਉਂ ਇਹਨਾਂ ਨੂੰ ਸਜ਼ਾ ਦੇਣੀ ਹੈ? ਸਾਡਾ ਕਰਮ ਹੈ ਧਰਮ ਕਮਾਉਣਾ, ਇਹਨਾਂ ਪਾਪੀਆਂ ਨੂੰ ਸਜ਼ਾ ਤੇ ਰੱਬ ਨੇ ਦੇਣੀ, ਅਸੀਂ ਥੋੜਾ ਦੇਣੀ ਹੈ। ਜੇ ਆਹ ਗੱਲ ਜ਼ਿੰਦਗੀ 'ਚ ਸਮਝ ਆ ਜੇ ਫਿਰ ਰੌਲਾ ਕਾਹਦਾ? ਅਸੀਂ ਧਰਮਰਾਜ ਬਣੇ ਫਿਰਦੇ ਹਾਂ। ਜਿਹਨੂੰ ਮਰਜ਼ੀ ਛੇੜ ਕੇ ਵੇਖ ਲਾ, ਉਹ ਕਹਿੰਦਾ ਜਿੰਨਾ ਮੈਂ ਸਿਆਣਾ ਤੂੰ ਹੈ ਹੀ ਨਹੀਂ। ਧਰਮਰਾਜ ਨੇ ਧਰਮਰਾਜ ਰਹਿਣਾ। ਬੰਦਿਆ ਤੂੰ ਆਪਣੇ ਕਰਮ ਕਰ, ਆਪਣੇ ਕਰਮਾਂ ਬਾਰੇ ਸੋਚਿਆ ਕਰ ਵੀ ਤੂੰ ਕੀ ਕਰਦਾ। ਰਾਜਾ ਕਹਿੰਦਾ ਮੈਂ ਨਹੀਂ ਮੰਨ ਸਕਦਾ। ਠੀਕ ਹੈ, ਕੋਈ ਸਾਧੂ ਮਹਾਤਮਾ ਹੋਣਾ, ਮਾੜੀ ਮੋਟੀ ਕਰਾਮਾਤ ਹੋਣੀ। ਕਰਾਮਾਤਾਂ ਕੀ ਵੱਡੀਆਂ ਗੱਲਾਂ ਤੋਂ ਲੋਕਾਂ ਵਰਤਾਉਂਦੇ ਸੀ। ਜੇ ਕਿਸੇ ਨੇ ਬਾਗ ਹਰਾ ਕਰ ਵੀ ਦਿੱਤਾ, ਮੈਂ ਕਿਵੇਂ ਮੰਨਾਂ? ਉਹ ਗੁਰੂ ਨਾਨਕ ਸਾਹਿਬ ਨੇ ਹਰਿਆ ਹੋਤ ਭਇਓ ਤਤਕਾਲ, ਜਿਹ ਕਿਉ ਦਰਸ਼ਨ ਕਰਤ ਨਿਹਾਲਾ। ਤੇ ਬਾਗਬਾਨ ਕਹਿੰਦਾ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਮੈਨੂੰ ਸੰਤੁਸ਼ਟੀ ਮਿਲੀ ਹੈ, ਸ਼ਾਂਤੀ ਮਿਲੀ, ਮੈਨੂੰ ਲੱਗਦਾ ਉੱਤਮ ਪੁਰਸ਼ ਨੇ। ਉੱਤਮ ਪੁਰਸ਼ ਦਾ ਭਾਵ ਕੀ ਹੈ? ਜਿਸ ਇਨਸਾਨ ਕੋਲ ਬਹਿ ਕੇ ਗਲਤ ਵਿਚਾਰ ਨਾ ਆਉਣ, ਜਿਹਦੇ ਕੋਲ ਬਹਿ ਕੇ ਰੱਬ ਦਾ ਸ਼ੁਕਰ ਹੋਵੇ, ਵਾਕਿਆ ਹੀ ਉਹ ਇਨਸਾਨ ਉੱਤਮ ਹੁੰਦਾ ਹੈ। ਮਨ ਕਰਕੇ ਇੱਕ ਹੁੰਦਾ ਉੱਤਮ, ਦੂਜਾ ਹੁੰਦਾ ਮੱਧਮ, ਤੀਜਾ ਹੁੰਦਾ ਕਨਿਸ਼ਟ। ਤਿੰਨ ਤਰ੍ਹਾਂ ਦੇ ਲੋਕ ਇਸ ਦੁਨੀਆ ਵਿੱਚ ਨੇ। ਉੱਤਮ ਤੇ ਉਹ ਜੋ ਬੰਦਗੀ ਨਾਲ ਜੁੜਿਆ। ਮੱਧਮ ਕੌਣ ਹੈ? ਕਦੇ ਕਦਾਈ ਧਾਰਮਿਕ ਥਾਂ ਤੇ ਵੀ ਜਾਇਆ ਹੁੰਦਾ ਹੈ, ਕਦੇ ਕਦਾਈ ਠੇਕੇ ਤੇ ਵੀ ਜਾਇਆ ਹੁੰਦਾ, ਵਿੱਚ ਵਿਚਾਲੇ ਜੀ ਧਰਮ ਨੂੰ ਵੀ ਮੰਨੀ ਜਾਂਦਾ, ਦੁਨੀਆ ਨੂੰ ਵੀ ਮੰਨੀ ਜਾਂਦਾ। ਤੀਜਾ ਕਨਿਸ਼ਟ। ਕਨਿਸ਼ਟ ਬੰਦਾ ਉਹ ਆ ਜਿਹੜਾ ਧਰਮ ਨੂੰ ਮੰਨਦਾ ਹੀ ਨਹੀਂ, ਨੀਚ ਕਹਿ ਲਓ, ਮਾੜੇ ਕਰਮ ਕਰਦਾ ਹੈ, ਖਾਣਾ ਵੀ ਮਾੜਾ, ਪਹਿਨਣਾ ਵੀ ਮਾੜਾ, ਵਰਤਣਾ ਵੀ ਮਾੜਾ, ਤੇ ਰੱਬ ਨੂੰ ਗਾਲਾਂ ਕੱਢਣੀਆਂ, ਰੱਬ ਦੇ ਪਿਆਰਿਆਂ ਨਾਲ ਨਫ਼ਰਤ ਕਰਨੀ, ਉਹ ਹੁੰਦਾ ਕਨਿਸ਼ਟ ਬੰਦੇ ਦਾ ਕੰਮ। ਬਾਗਬਾਨ ਕਹਿੰਦਾ ਜੀ ਬੜੇ ਉੱਤਮ ਪੁਰਸ਼ ਨੇ, ਉਹਨਾਂ ਨੂੰ ਵੇਖ ਮੇਰਾ ਮਨ ਸ਼ਾਂਤ ਜਿਹਾ ਹੋਈ ਜਾਂਦਾ ਹੈ। ਇਦਾਂ ਦੀ ਅੱਜ ਤੱਕ ਕਿਸੇ ਨੇ ਜ਼ਿੰਮੇਵਾਰੀ ਲਈ ਹੋ ਨਹੀਂ ਵੀ ਫਲਾਣਾ ਸੰਤ ਮੈਨੂੰ ਮਿਲਿਆ ਮੇਰਾ ਮਨ ਸ਼ਾਂਤ ਹੋਇਆ। ਰਾਜਾ ਕਹਿੰਦਾ ਮੈਂ ਨਹੀਂ ਮੰਨ ਸਕਦਾ, ਨਾ ਮੈਂ ਉਸ ਬਾਗ ਨੂੰ ਵੇਖਣ ਜਾਣਾ। ਬਾਗ ਹਰਿਆ ਹੋਣਾ ਕੋਈ ਗੁਰੂ ਨਾਨਕ ਸਾਹਿਬ ਦੀ ਨਿਸ਼ਾਨੀ ਥੋੜਾ ਹੈ। ਪਰਖ ਕੇ ਵੇਖਾਂਗੇ ਕਿ ਸੱਚਮੁੱਚ ਬਾਬਾ ਨਾਨਕ ਹੈ। ਦੇਖੋ ਪਖੰਡ ਬੰਦੇ ਨੂੰ ਰੱਬ ਤੋਂ ਕਿੰਨੀ ਦੂਰ ਕਰ ਦਿੰਦਾ। ਗੁਰੂ ਸਾਹਿਬ ਨੇ ਪਖੰਡ ਦੀ ਵਿਰੋਧਤਾ ਕਿਉਂ ਕੀਤੀ? ਸਾਨੂੰ ਲੱਗਦਾ ਹੈ ਬਾਣੀ ਕਹਿੰਦੀ ਆਹ ਨਹੀਂ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ। ਸੱਚਮੁੱਚ ਹੀ ਕਹਿੰਦੀ ਬਾਣੀ, ਕਿਉਂਕਿ ਪਖੰਡ ਬੰਦੇ ਨੂੰ ਰੱਬ ਤੋਂ ਦੂਰ ਕਰ ਦਿੰਦਾ, ਬੰਦਿਆਂ ਦੀ ਪੂਜਾ ਤੱਕ ਹੀ ਸੀਮਤ ਰੱਖਦਾ। ਰਾਜਾ ਕਹਿੰਦਾ ਮੈਨੂੰ ਵਿਸ਼ਵਾਸ ਨਹੀਂ ਹੁੰਦਾ, ਮੇਰਾ ਭਰੋਸਾ ਨਹੀਂ ਬਣਦਾ। ਕੀ ਹੋਇਆ ਜੇ ਇੱਕ ਫਕੀਰ ਆਇਆ ਤੇ ਦੋ ਸਾਥੀ ਆਏ ਨੇ, ਅੱਗੇ ਕਿੰਨੇ ਆ ਗਏ? ਵੇਖੋ ਲਿਸਟ ਕੱਢ ਕੇ, ਕਹਿੰਦੇ ਫਾਈਲਾਂ ਭਰੀਆਂ ਪਈਆਂ ਸੀ, ਅੱਜ ਫਲਾਣਾ ਨਾਨਕ ਜੀ ਆ ਗਏ, ਅੱਜ ਫਲਾਣੇ ਨਾਨਕ ਜੀ ਆ ਗਏ, ਅੱਜ ਫਲਾਣੇ ਆ ਗਏ। ਉਹ ਹੀ ਬਾਕੀ ਆ ਜਾਂਦਾ ਸੀ। ਪੰਡਤਾਂ ਨੇ ਪਾਇਆ ਚੋਲਾ, ਚੱਲ ਬਾਬਾ ਨਾਨਕ। ਮੁਸਲਮਾਨਾਂ ਨੇ ਪਾਇਆ ਚੋਲਾ, ਕਹਿੰਦੇ ਮੈਂ ਬਾਬਾ ਨਾਨਕ। ਬੋਧੀਆਂ ਨੇ ਪਾਇਆ ਚੋਲਾ, ਕਹਿੰਦੇ ਮੈਂ ਬਾਬਾ ਨਾਨਕ। ਯੋਗੀਆਂ ਨੇ ਪਾਇਆ, ਕਹਿੰਦੇ ਮੈਂ ਬਾਬਾ ਨਾਨਕ। ਰਾਜਾ ਵਿਚਾਰਾ ਕੀ ਕਰੇ?
ਬਾਰ-ਬਾਰ ਤੁਹਾਨੂੰ ਉਹੀ ਟਰੈਕ ਦੇ ਬੰਦੇ ਮਿਲੇ ਜਾਣ ਤੇ ਤੁਸੀਂ ਕਹੋਗੇ ਮੇਰਾ ਤੇ ਕਿਸੇ ਧਰਮ ਤੇ ਵੀ ਭਰੋਸਾ ਨਹੀਂ ਰਿਹਾ। ਭਗਵਾਨ ਕਹਿੰਦਾ ਰਾਜ ਇੱਕ ਵਾਰ ਜਾ ਕੇ ਤੇ ਵੇਖੋ, ਜੇ ਤੁਹਾਡੇ ਮਨ ਨੂੰ ਤਸੱਲੀ ਨਾ ਹੋਈ ਤੁਸੀਂ ਨਾ ਮੰਨਿਓ। ਚੇਲੇ ਹੈ ਤਾਂ ਕੀ ਸੰਗ ਚਲੋ ਨਿਕਟ ਤਹ ਧਾਰ ਅਮੰਗਾ। ਭਗਵਾਨ ਕਹਿੰਦਾ ਰਾਜਨ ਮੇਰੇ ਕਹੇ ਇੱਕ ਵਾਰ ਚੱਲੋ, ਦੋ ਚੇਲੇ ਉਹਨਾਂ ਦੇ ਨਾਲ ਨੇ। ਤੇ ਰਾਜਾ ਹੱਸ ਪਿਆ ਵੀ ਅੱਗੇ ਵੀ ਤੇ ਸਾਰਿਆਂ ਨਾਲ ਦੋ ਹੀ ਚੇਲੇ ਹੁੰਦੇ। ਜਦੋਂ ਪਤਾ ਲੱਗਾ ਸੀ ਨਾ ਵੀ ਰਾਜਾ ਗੁਰੂ ਨਾਨਕ ਸਾਹਿਬ ਦਾ ਉਪਾਸ਼ਕ ਹੈ, ਇਤੋਂ ਗੱਲ ਫੈਲੀ। ਪਤਾ ਕੀਤਾ ਗੁਰੂ ਨਾਨਕ ਸਾਹਿਬ ਕੌਣ ਨੇ, ਪੰਜਾਬ ਤੋਂ ਪਤਾ ਲੱਗਿਆ ਭਾਈ ਬਾਲਾ ਮਰਦਾਨਾ ਉਹਨਾਂ ਦੇ ਸਾਥੀ ਨੇ, ਹਰੇਕ ਹੀ ਕੱਪੜੇ ਪਾ ਕੇ ਆ ਜਾਂਦੇ ਮੈਂ ਗੁਰੂ ਨਾਨਕ। ਕਿਉਂ ਆਉਂਦੇ ਸੀ ਵੀ ਜੇ ਰਾਜਾ ਸਾਡਾ ਸੇਵਕ ਬਣ ਗਿਆ ਨਾ ਅਸੀਂ ਤੇ ਕਰੋੜਾਂ ਦੇ ਵੇਦਾਂਗੇ। ਰਾਜੇ ਨੂੰ ਆਖਾਂਗੇ ਰਾਜਿਆ ਰਾਜ ਛੱਡ ਤੂੰ ਭਗਤੀ ਕਰਿਆ ਕਰੋ, ਨਹੀਂ ਕਹਿਣਾ ਗੁਰੂ ਜੀ ਰਾਜ ਤੁਸੀਂ ਰੱਖੋ। ਕਿੱਥੇ ਗਲਤੀ ਖੜੀ ਸੀ ਉਹਨਾਂ ਪਖੰਡੀਆਂ ਦੀ। ਤੇ ਜਦੋਂ ਪਾਪ ਕਰਮ ਕਰਦੇ ਸੀ ਉਹ ਰਾਜੇ ਦੀ ਨਜ਼ਰ 'ਚ ਡਿੱਗਦੇ ਸੀ ਜਾਂ ਉੱਚੇ ਉੱਠਦੇ ਸੀ। ਜਦੋਂ ਸਵੇਰ ਹੁੰਦਿਆਂ ਰਿਪੋਰਟ ਆਉਂਦੀ ਸੀ ਵੀ ਇਹਨਾਂ ਬੇਸਵਾਵਾਂ ਨੇ ਕਿ ਬਾਬੇ ਗਰਕ ਕਰਤੇ, ਇਹ ਸਭ ਲੋਕ ਨੇ ਧਰਮ ਤੋਂ ਖਤਮ ਹੋ ਗਏ ਨੇ, ਗਰਕ ਗਏ ਆ। ਤੇ ਰਾਜਾ ਕੱਲਾ ਬੈ ਕੇ ਰੋਂਦਾ ਸੀ, ਰੱਬਾ ਕਿੰਨੀਆਂ ਕਸਵਟੀਆਂ ਲਾਉਂਦੀਆਂ ਨੇ, ਤੇਰਾ ਰੂਪ ਬਣ ਬਣ ਕੇ ਰੋਜ਼ ਆਉਂਦੇ ਆ। ਇਹ ਕਿਉਂ ਆਉਂਦੇ ਸੀ? ਗੁਰੂ ਸਾਹਿਬ ਪਰਖਦੇ ਸੀ ਰਾਜਿਆ ਤੇਰਾ ਸੱਚੇ ਰੱਬ ਤੇ ਭਰੋਸਾ ਕਿੰਨਾ ਹੈ। ਅੱਜ ਸਾਡੇ ਨਾਲ ਦੋ ਚਾਰ ਪਖੰਡੀ ਇਦਾਂ ਟੱਕਰ ਜਾਣ, ਸਾਡਾ ਰੱਬ ਤੋਂ ਹੀ ਭਰੋਸਾ ਚਲਿਆ ਜਾਂਦਾ। ਪਰ ਰੱਬ ਦੇ ਭਰੋਸਾ ਰਾਜੇ ਦਾ ਪੱਕਾ ਹੈ, ਉਹਦਾ ਲੋਕਾਂ ਦੇ ਭਰੋਸਾ ਨਹੀਂ। ਉਹ ਹਰੇਕ ਨੂੰ ਉਹੋ ਜਿਹਾ ਹੀ ਸਮਝਦਾ ਏ, ਕਸਵੱਟੀ ਲਾ ਕੇ ਵੇਖਦਾ ਏ। ਸੁਨਤ ਸਰੂਨ ਭੂਪਤੇ ਹਰ ਖਾਇਓ ਮੰਤਰੀ ਆਪਣੋ ਨਿਕਟ ਬੁਲਾਇਓ। ਥੋੜੀ ਦੇਰ ਰਾਜਾ ਚੁੱਪ ਬੈਠਾ ਰਿਹਾ, ਫਿਰ ਖੁਸ਼ ਹੋਇਆ। ਉਹਨੇ ਫਿਰ ਆਪਣੇ ਮੰਤਰੀ ਨੂੰ ਕੋਲੇ ਬੁਲਾਇਆ, ਆਪ ਨਹੀਂ ਗਿਆ। ਰਾਜਾ ਇਸ ਗੱਲ ਨੂੰ ਸੋਚਦਾ ਮੈਂ ਜਾਵਾਂ, ਹੋ ਸਕਦਾ ਕੋਈ ਪਖੰਡੀ ਹੋਵੇ ਤੋਂ ਕਰਾਮਾਤਾਂ ਲੈ ਕੇ ਤੇ ਮੈਂ ਟੇਕ ਦਿਆਂ ਮੱਥਾ ਤੇ ਮੇਰਾ ਸੱਚਾ ਰੱਬ ਤੇ ਰੁੱਸ ਜੂਗਾ ਮੇਰੇ ਨਾਲ। ਵੀ ਰਾਜਿਆ ਤੂੰ ਤੇ ਗਣੇ ਖਣੇ ਨੂੰ ਮੱਥਾ ਟੇਕਦਾ ਫਿਰਦਾ, ਤੂੰ ਕਿਹੜੇ ਰੱਬ ਨੂੰ ਮਿਲਣਾ ਚਾਹੁੰਦਾ? ਇਹ ਤੇ ਮਨਸੂਖ ਸ਼ਾਹੂਕਾਰ ਨੇ ਕਿਹਾ ਸੀ ਮੇਰਾ ਦਾਦਾ ਸਤਿਗੁਰੂ ਜਿਸ ਦਿਨ ਆਊਗਾ ਤੈਨੂੰ ਆਪੀ ਖਿੱਚ ਕੇ ਲੈ ਜੂਗਾ ਖੁਸਾ ਦਾ ਨਾਮ। ਜਿੰਨੀਆਂ ਮਰਜ਼ੀ ਕਸਵੱਟੀਆਂ ਲਾ ਲਈ ਤੂੰ ਡੁਲਾ ਨਹੀਂ ਹੋ ਸਕਦਾ। ਪਰਖਣਾ ਵੀ ਜ਼ਰੂਰੀ ਹੈ। ਅੱਖਾਂ ਬੰਦ ਕਰਕੇ ਹਰ ਚੀਜ਼ ਤੇ ਐਤਬਾਰ ਨਹੀਂ ਕਰੀਦਾ, ਭਾਵੇਂ ਧਰਮ ਹੋਵੇ ਜਾਂ ਕੋਈ ਕਰਮ ਹੋਵੇ। ਅੰਧ ਭਗਤ ਕੌਣ ਨੇ? ਕੱਚੇ ਪਿੱਲੇ ਲੋਕ ਕਿਸੇ ਬਾਬੇ ਕੋਲ ਜਾਣ ਲੱਗੇ, ਗੁਰੂ ਜੀ ਕਹਿਣ ਲੱਗੇ, ਚਾਰ ਨੇ ਟਰਾਲੀਆਂ ਹੋ ਜੋੜੀਆਂ, ਉਹ ਵੀ ਮੱਥਾ ਟੇਕਣ ਲੱਗੇ। ਬਾਅਦ ਚੋਂ ਪਤਾ ਲੱਗਿਆ ਕੋਈ ਕਹਿੰਦਾ ਬਾਬਾ ਫਲਾਣੀ ਜੇਲ੍ਹ 'ਚ ਬੈਠਾ, ਬਾਬਾ ਸਾਡੇ ਨਾਲ ਇੰਨਾ ਕਰ ਗਿਆ, ਉਹ ਕਰ ਗਿਆ, ਰੋਂਦੇ ਆ। ਤੇ ਸੱਚਾ ਕੀ ਹੈ? ਪਰਖ ਕਰੀਏ ਸੱਚਾ। ਦਸਾਂ ਸਤਿਗੁਰਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਪਤਾ ਲੱਗਦਾ ਉੱਤੇ ਅਕਾਲ ਪੁਰਖ ਦੇ ਚਰਨ ਹੀ ਲੋੜ ਰਹੇ ਆ। ਕਦੇ ਆਪਣੀ ਪੂਜਾ ਹੀ ਨਹੀਂ ਕਰਾਈ, ਆਪਣੀ ਮਾਨਤਾ ਹੀ ਨਹੀਂ ਦਰਸਾਈ। ਗੁਰੂ ਸਾਹਿਬ ਬੈਠੇ ਆ, ਦੁਪਹਿਰ ਦਾ ਸਮਾਂ ਹੋ ਗਿਆ, ਮੰਤਰੀ ਤਾਈ ਰਾਜਾ ਹੁਕਮ ਕਰਦਾ ਏ। ਇਹ ਕੇ ਸੰਗ ਕਹੀਏ ਬਾਣੀ ਜਾਵੋ ਨਿਕਟ ਸੰਤ ਸੁਖ ਦਾਨੀ। ਰਾਜਾ ਕਹਿੰਦਾ ਉਸ ਮੰਤਰੀ ਨੂੰ, ਮੰਤਰੀ ਸਾਹਿਬ ਜਾਓ ਫਿਰ ਬਾਬਿਆਂ ਨੂੰ ਪਰਖ ਕੇ ਆਓ। ਬਾਬਾ ਸ਼ਬਦ ਕਿਉਂ ਵਰਤਿਆ? ਗੁਰੂ ਨਾਨਕ ਸਾਹਿਬ ਮਹਾਰਾਜ ਬੇਸ਼ੱਕ ਗੁਰੂ ਪਰਮਾਤਮਾ ਨੇ, ਪਰ ਉਹਨਾਂ ਨੂੰ ਬਾਬਾ ਕਹਿ ਕੇ ਬੁਲਾਇਆ ਜਾਂਦਾ ਸੀ। ਬਾਬਾ ਇੱਥੋਂ ਤੱਕ ਨਹੀਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ਤੇ ਬੈਠੇ ਆ, ਬਾਬੇ ਬਕਾਲੇ ਦੀ ਧਰਤੀ ਤੇ। ਉੱਥੇ ਕੀ ਲਿਖਿਆ? ਬਾਬਾ ਵਸੇ ਬੀਜ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਗੁਰੂ ਸਾਹਿਬਾਂ ਨੂੰ ਬਾਬਾ ਕਹਿ ਕੇ ਪੂਜਿਆ ਜਾਂਦਾ ਸੀ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਆਪਨ ਸੋਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਗੁਰੂ ਨਾਨਕ ਸਾਹਿਬ ਨੂੰ ਗੁਰਮੁਖ ਸ਼ਬਦ ਨਾਲ ਨਵਾਜਿਆ, ਬਾਬਾ ਸ਼ਬਦ ਨਾਲ ਨਵਾਜਿਆ। ਇੱਥੇ ਤੇ ਜਿਹੜਾ ਦਾੜੀ ਕੱਟੀ ਫਿਰਦਾ ਉਹਨੂੰ ਵੀ ਗੁਰਮੁਖਾ ਹੀ ਹੱਥ ਧਵਾਈ ਬਣੇ, ਗੁਰਮੁਖਾ ਚਾਹ ਪਾ ਕੇ ਨਹੀਂ, ਗੁਰਮੁਖਾ ਫਲਾਣਾ। ਓਏ ਭਲੇ ਮਾਨਸਾ ਵੇਖ ਤੇ ਲੈ ਗੁਰਮੁਖ ਦੇ ਬਲੇਡ ਕਿਹੜਾ ਲਾਇਆ ਹੋਇਆ, ਸਿਰ ਤੇ ਵਾਲ ਹੈਗੇ ਕਿ ਨਹੀਂ ਹੈ, ਗੱਲ ਬੁਲਾਈ ਕਰਦਾ ਕਿ ਨਹੀਂ। ਇਹ ਗੁਰਮੁਖ ਹੁੰਦੇ ਆ। ਜੇ ਗੁਰਮੁਖ ਇਹੋ ਜਿਹੇ ਤੇ ਸਾਨੂੰ ਨਹੀਂ ਬਣਨਾ। ਆਖੋ ਸਤਿਨਾਮ ਬਚਾਈ ਰੱਬਾ ਇਹੋ ਜਿਹਾ। ਤੇ ਗੁਰਮੁਖ ਨੂੰ ਕਹਿੰਦੇ ਆ ਜਿਹੜਾ ਗੁਰੂ ਨੂੰ ਮੁੱਖ ਰੱਖਦਾ ਹਰ ਕਾਰਜ ਦੇ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਗੁਰਮੁਖ ਸਾਧੂ ਸੰਤ ਫਕੀਰ ਪਿਆਰੇ ਨੇ। ਤੇ ਰਾਜਾ ਕਹਿੰਦਾ ਜਿਹੜੇ ਸੁਖਦਾਈ ਸੰਤ ਨੇ, ਉਹਨੇ ਸੁਖਦਾਈ ਸ਼ਬਦ ਵਰਤਿਆ ਵੀ ਆ। ਭਗਵਾਨ ਕਹਿੰਦਾ ਵੀ ਬੜੇ ਸਾਧੂ ਪੱਕੇ ਆ। ਇਹਨਾਂ ਮੰਤਰੀ ਸਾਹਿਬ ਪਰਖ ਕੇ ਆਉਣਾ, ਕਸਵੱਟੀ ਲਾ ਕੇ ਵੇਖੋ, ਪੈਰ ਕੱਢ ਕੇ ਵੇਖੋ ਉਹਨਾਂ ਦੇ ਕਿੰਨੇ ਕੱਚੇ ਪੱਕੇ ਨੇ।
ਜੇ ਸ੍ਰੀ ਨਾਨਕ ਆਗਮ ਕੀਨਾ ਕਰਹੁ ਪਰਖ ਭਲ ਬਿਦ ਲਿਹੁ ਚੀਨਾ। ਭਗਵਾਨ ਕਹਿੰਦਾ ਜੀ ਪਰਖ ਨਾ ਕਰੋ। ਰਾਜਾ ਕਹਿੰਦਾ ਦੁਨੀਆ ਦਾ ਸਤਾਇਆ, ਮੈਂ ਤੇ ਰੱਬ ਦੀ ਵੀ ਪਰਖ ਕਰੂੰ। ਮੈਨੂੰ ਕੀ ਪਤਾ ਲੱਗਣਾ ਰੱਬ ਕੌਣ ਹੈ? ਮੈਂ ਜਾ ਕੇ ਕਹਿੰਦਾ ਜੀ ਮੈਂ ਬਾਬਾ ਨਾਨਕ, ਮੈਂ ਰੱਬ ਹਾਂ ਜੀ, ਮੇਰੀ ਪੂਜਾ ਕਰੋ। ਤੁਹਾਡੇ ਕੋਲ ਕੀ ਅਥਾਰਟੀ ਹੈ ਵੀ ਮੇਰੀ ਬੰਦਗੀ ਕਿੰਨੀ ਦਾ, ਮੇਰਾ ਸਿਮਰਨ ਕਿੰਨਾ ਹੈ? ਪਰਖਣਾ ਹੀ ਪਊਗਾ ਨਾ। ਪਰਖੇ ਬਿਨਾਂ ਅਸੀਂ ਕੱਪੜੇ ਨਹੀਂ ਲੈਂਦੇ, ਪਰਖੇ ਬਿਨਾਂ ਗੱਡੀ ਨਹੀਂ ਲੈਂਦੇ, ਪਰਖੇ ਬਿਨਾਂ ਅਸੀਂ ਕਿਤੇ ਕੋਈ ਨਾਤਾ ਨਹੀਂ ਜੋੜਦੇ। ਪਰ ਜਦੋਂ ਧਰਮ ਦੀ ਗੱਲ ਆ ਜੇ ਕਹਿੰਦੇ ਨਾ ਪਰਖਣ ਦੀ ਲੋੜ ਨਹੀਂ, ਸੰਤਾਂ ਤੇ ਸ਼ੰਕਾ ਨਹੀਂ ਕਰਨਾ, ਰੱਬ ਦੇ ਪਿਆਰਿਆਂ ਤੇ ਉਂਗਲ ਨਹੀਂ ਚੁੱਕਣੀ। ਬਸ ਆਹੀ ਚੀਜ਼ ਸਾਡੇ ਦੇਸ਼ ਨੂੰ ਲੈ ਕੇ ਬਹਿ ਗਈ ਤੇ ਠੱਗਾਂ ਦੇ ਟੋਲੇ ਤੁਰ ਪਏ ਇਧਰਲੇ ਪਾਸੇ, ਬਿਜ਼ਨਸ ਸ਼ੁਰੂ ਕਰ ਲਿਆ ਲੋਕਾਂ ਧਰਮ ਦੇ ਨਾਂ ਤੇ। ਪਰ ਹਾਂ, ਸੁਖਮਨੀ ਸਾਹਿਬ ਦੀ ਬਾਣੀ ਪੜੋ, ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਹੋ? ਮਹਾਰਾਜ ਨੇ ਬਾਣੀ ਰੱਟੇ ਲਾਉਣ ਥੋੜਾ ਦਿੱਤੀ ਸਾਨੂੰ, ਪਰਖਣ ਵਾਸਤੇ ਦਿੱਤੀ। ਸਿਖਾ 8ਵੀਂ ਅਸ਼ਟਪਦੀ ਪੜ੍ਹ ਤੇ ਪਰਖ ਕੇ ਵੇਖ, ਬ੍ਰਹਮ ਗਿਆਨੀ ਕੈਸਾ ਹੈ। ਜੇ ਤੇ ਆ ਗੁਣੋ ਚ ਦਿਸਦੇ ਤੇ ਮੱਥਾ ਟੇਕ ਭਾਈ ਗੁਰੂ ਰੂਪ ਹੈ। ਸੰਤ ਕੈਸਾ ਹੈ, ਅਸ਼ਟਪਦੀ ਪੜ੍ਹ ਪਰਖ ਕੇ ਵੇਖ। ਗੁਰਮੁਖ ਕੈਸਾ ਹੈ, ਸੁਖਮਨੀ ਦੀ ਬਾਣੀ ਵਿੱਚ ਦਸੀਆਂ ਗੁਰਮੁਖ ਦੀਆਂ ਪ੍ਰਭਾਸ਼ਾਂ। ਪਾਪੀ ਕਿਹਨੂੰ ਕਹਿੰਦੇ ਆ, ਨਾਸਤਕ ਕਿਹਨੂੰ ਕਹਿੰਦੇ ਆ, ਮਨਮੁਖ ਕਿਹਨੂੰ ਕਹਿੰਦੇ ਆ? ਸੁਖਮਨੀ ਦੀ ਬਾਣੀ ਵਿੱਚ ਇੱਕ ਇੱਕ ਅੱਖਰ ਤੇ ਮਰਦ ਨੇ ਦੱਸਿਆ ਕਿਹੋ ਜਿਹੇ ਗੁਣ ਨੇ, ਕਿਹੋ ਜਿਹੇ ਕਰਮ ਨੇ, ਤੇ ਸਾਧ ਕਿਹਨੂੰ ਕਹਿੰਦੇ ਆ? ਅਸ਼ਟਪਦੀ ਪੂਰੀ ਹੈ ਨਾ। ਆਖਰੀ ਚ ਕਹਿੰਦੇ ਆ ਸਾਧ ਨਾਮ ਨਿਰਮਲਤਾ ਕੇ ਕਰਮ। ਸਾਧੂ ਉਹਨੂੰ ਕਹਿੰਦੇ ਆ ਜਿਹਦੇ ਕਰਮ ਨਿਰਮਲ ਨੇ। ਹੁਣ ਅਸੀਂ ਗੁਰਬਾਣੀ ਨੂੰ ਮੰਨਣ ਨੂੰ ਤਿਆਰ ਹੀ ਨਹੀਂ। ਮੈਂ ਕੱਪੜੇ ਪਾ ਕੇ ਕੱਲ ਨੂੰ ਡੇਰਾ ਖੋਲ੍ਹਣਾ, ਲੋਕੀ ਮੈਨੂੰ ਮੱਥਾ ਟੇਕੀ ਜਾਣਗੇ, ਬਾਬਾ ਜੀ ਬੜੀ ਛੋਟੀ ਉਮਰ ਦੇ ਆ, ਬੜੀ ਕਿਰਪਾ ਹੈ, ਰੱਬ ਨੇ, ਪਰਮਾਤਮਾ ਨੇ, ਇਹ ਉਹ ਬਹੁਤ ਕੁਛ ਹੈ। ਇਹ ਏਜੰਟ ਕੰਮ ਕਰਦੇ ਆ। ਹੁਣ ਰਾਜਾ ਦੁਖੀ ਹੋਇਆ ਹੈ, ਕਰਪਿਆ ਹੋਇਆ ਹੈ, ਆਪਣੇ ਮੰਤਰੀ ਨੂੰ ਕਹਿੰਦਾ ਪਰਖ ਕਰੀ ਪੱਕੀ, ਵੇਖੀ ਕਿਤੇ ਸੂਈ ਦੇ ਨੱਕੇ ਤੋਂ ਕੱਢੇ ਬਿਨਾਂ ਇਦਾਂ ਹੀ ਆ ਜੇ ਮੁੜ ਕੇ, ਕਿਉਂਕਿ ਮੈਂ ਆਪਣੇ ਪਿਆਰੇ ਦੀ ਪਰਖ ਕਰਦਾ, ਕਿਤੇ ਮੇਰਾ ਪਿਆਰਾ ਇਹਨਾਂ ਦੇ ਵਿੱਚੋਂ ਨਰਾਦਰ ਕਰਾ ਕੇ ਨਾ ਤੁਰ ਜੇ। ਜਿਹੜੇ ਪਖੰਡੀ ਆਉਂਦੇ ਆ, ਉਹ ਕਹਿੰਦਾ ਰਾਜਨ ਚਿੰਤਾ ਨਾ, ਸਵੇਰ ਹੁੰਦੇ ਆ ਤੁਹਾਨੂੰ ਰਿਪੋਰਟ ਸੌਂਪ ਦੇਾਂਗੇ। ਪਰਸ਼ਰਾਮ ਸੁਣ ਬਚਿਆ ਵਨੀਪਾ, ਸੁੰਦਰ ਭੋਜਨ ਲੀਨ ਸਮੀਪਾ। ਮੰਤਰੀ ਦੀ ਡਿਊਟੀ ਲਾਈ ਗਈ, ਉਸ ਮੰਤਰੀ ਦਾ ਨਾਮ ਸੀ ਪਰਸ਼ਰਾਮ। ਮੱਥਾ ਟੇਕ ਰਾਜੇ ਨੂੰ ਦਰਬਾਰ ਤੋਂ ਬਾਹਰ ਆ ਗਿਆ। ਹੁਣ ਮੰਤਰੀ ਕਿਹਨੂੰ ਕਹਿੰਦੇ? ਜਿਹੜਾ ਮੰਤਰ ਕਰਦਾ ਹੈ। ਮੰਤਰ ਦਾ ਅਰਥ ਕੀ ਹੁੰਦਾ? ਜਾਦੂ ਟੂਣਾ ਨਹੀਂ, ਮੰਤਰ ਕਹਿੰਦੇ ਆ ਸਲਾਹ ਨੂੰ। ਮੰਤਰੀ ਉਸੇ ਨੂੰ ਕਿਹਾ ਜਾਂਦਾ ਜਿਹੜਾ ਰਾਜੇ ਨੂੰ ਮੰਤਰ ਦੱਸੇ, ਰਾਜਨ ਤੇਰਾ ਰਾਜ ਕਿੱਦਾਂ ਚੰਗਾ ਹੋ ਸਕਦਾ ਹੈ, ਤੇਰੀ ਪ੍ਰਜਾ ਦਾ ਭਲਾ ਕਿਵੇਂ ਹੋ ਸਕਦਾ ਹੈ। ਕਹਿੰਦੇ ਮੰਤਰੀ ਦਰਬਾਰ ਚੋਂ ਬਾਹਰ ਨਿਕਲਿਆ, ਉਹ ਆਇਆ ਸੂਬਕਾਰਾਂ ਕੋਲ। ਸੂਬਕਾਰ ਕੌਣ ਨੇ? ਲਾਂਗਰੀ। ਕਹਿੰਦਾ 36 ਪ੍ਰਕਾਰ ਦੇ ਭੋਜਨ ਬਣਾਓ ਖੁਸ਼ਬੂ ਵਾਲੇ। ਕੀ ਕਰਨਾ ਹੈ? ਸਾਧ ਰੱਖਣੇ। ਕਿਤੇ ਇਹ ਤਾਂ ਨਹੀਂ ਵੀ ਰੋਟੀਆਂ ਖਾ ਕੇ ਕਹਿਣ ਯਾਰ ਰੱਬ ਤੇਰਾ ਭਲਾ ਕਰੇ, ਜਾਂ ਭਗਤਾ ਤੂੰ ਮਹਾਨ ਹੈ। ਰੋਟੀਆਂ ਤੇ ਥੋੜਾ ਸੀਸਾਂ ਦਿੰਦੇ ਆ। ਸਾਧੂਆਂ ਦੀ ਪਰਖ ਕਰਕੇ ਵੇਖਿਓ, ਭਾਵੇਂ ਰੋਟੀ ਦੇ ਦਿਓ, ਭਾਵੇਂ ਜ਼ਹਿਰ ਦੇ ਦਿਓ। ਜੇ ਅਸੀਸ ਦੇਣੀ ਤੇ ਜ਼ਹਿਰ ਤੇ ਵੀ ਦੇ ਜਾਣਗੇ, ਤੇ ਜੇ ਨਹੀਂ ਭਲਾ ਕਹਿਣਗੇ ਤੇ ਫੁਲਕਾ ਛਾਕੇ ਵੀ ਦੇਣਗੇ। ਇਹ ਨਿਸ਼ਾਨੀਆਂ ਨੇ ਉਹਨਾਂ ਦੀਆਂ। ਰਾਜੇ ਨੇ ਜੀ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ। ਭੋਜਨ ਤਿਆਰ ਕਰਕੇ ਵੱਡੇ ਵੱਡੇ ਥਾਲਾਂ 'ਚ ਪਰੋਸੇ, ਤੇ ਉਹ ਥਾਲ ਪਤਾ ਕਿਹਨਾਂ ਚੁੱਕੇ ਆ? ਖੂਬਸੂਰਤ ਲੜਕੀਆਂ ਨੇ। ਅੱਜ ਤੁਸੀਂ ਕਿਸੇ ਹੋਟਲ ਤੇ ਜਾਂਦੇ ਹੋ, ਰੈਸਟੋਰੈਂਟ ਤੇ ਜਾਂਦੇ, ਕਿਸੇ ਪਲੇਨ ਤੇ ਜਾਂਦੇ ਹੋ, ਜਾਂ ਕਿਸੇ ਆਫਿਸ, ਕਿਸੇ ਹਸਪੀਟਲ ਦੀ ਰਿਸੈਪਸ਼ਨ ਤੇ ਜਾਂਦੇ ਹੋ, ਕੋਈ ਇਹਨਾਂ ਕੋਲ ਇੱਕ ਤਰੀਕਾ ਹੈ, ਚਾਹੇ ਉਹ ਕੋਈ ਚੈਨਲ ਹੋਵੇ। ਉਹਨਾਂ ਨੇ ਫੇਸ ਬਿਊਟੀ ਤੇ ਕੰਮ ਕਰਨਾ ਵੀ ਜਿਹੜੀ ਲੜਕੀ ਬਹੁਤ ਖੂਬਸੂਰਤ ਹੈ ਉਹਨੂੰ ਰਿਸੈਪਸ਼ਨ ਤੇ ਬਿਠਾਉਣਾ ਹੈ, ਜਿਹੜੀ ਬਹੁਤ ਵਧੀਆ ਬੋਲਦੀ ਹੋਵੇ। ਕਿਹਦੇ ਵਿੱਚ ਰਹੇਗਾ? ਕਿਉਂਕਿ ਲੋਕਾਂ ਨੇ ਜਦੋਂ ਕਾਮੁਕਤਾ ਨਾਲ ਵੇਖਣਾ ਤੇ ਉੱਥੇ ਗਾਹਕਾਂ ਦੀ ਭੀੜ ਹੋਏਗੀ, ਸਮਾਨ ਖਰੀਦਣ ਵਾਲਿਆਂ ਨੂੰ। ਲੋਕ ਕੀਤਾ ਕਰੇ, ਅੱਜ ਵੀ ਵਰਤਿਆ ਜਾਂਦਾ। ਏਅਰਲਾਈਨ ਦੇ ਵਿੱਚ ਜਿੱਥੇ ਬਹੁਤ ਖੂਬਸੂਰਤ ਲੋਕ ਹੋਣਗੇ, ਜਿੰਨਾ ਮਿੱਠਾ, ਲੋਕੀ ਕਹਿੰਦੇ ਯਾਰ ਲਫਤਾਂਸਾ ਦੀ ਟਿਕਟ ਬੁੱਕ ਕਰਾਓ, ਵਧੀਆ ਹੈ, ਐਮੀਰਾਤ ਦੀ ਕਰਾ ਲੈ। ਕਿਉਂ? ਟ੍ਰੀਟਮੈਂਟ ਬੜਾ ਸੋਹਣਾ, ਇੱਜ਼ਤ ਬੜੀ ਕਰਦੇ ਆ, ਬੜਾ ਮਿੱਠਾ ਬੋਲਦੇ ਆ। ਏਅਰ ਇੰਡੀਆ ਤੋਂ ਭੱਜਦੇ ਆ, ਉਹ ਕਹਿੰਦੇ ਯਾਰ ਚੂਹਾ ਵੀ ਵੜ ਜੇ ਸਿੱਧੇ ਮੂੰਹ ਨਹੀਂ ਬੋਲਦੇ, ਕਹਿੰਦੇ ਅਸੀਂ ਕੀ ਕਰੀਏ, ਟਿਕਟ ਕਟਾਈ ਕਰਕੇ ਹੋਟਲ ਡਰਦੇ ਸੀ ਨਾ ਲੋਕ। ਇਹੀ ਕਾਰਨ ਸੀ। ਤੁਹਾਡੀ ਬੋਲਬਾਣੀ, ਤੁਹਾਡੀ ਫੇਸ ਬਿਊਟੀ ਕੰਮ ਕਰਦੀ ਹੈ। ਮਹਿੰਗੇ ਤੋਂ ਮਹਿੰਗਾ ਸਾਬਣ ਪਿਆ, ਵੇਖ ਰਹੇ ਹੋ ਸੋਹਣੀ ਦੀ ਫੋਟੋ, ਚਿੱਤ ਕਰਦਾ ਯਾਰ ਕਰੀਮ ਲੈ ਕੇ ਗੋਰੇ ਹੋ ਜਾਣਗੇ, ਕਿਉਂਕਿ ਉਹਦੇ ਤੇ ਵੀ ਲੜਕੀ ਛਾਪੀ ਬਹੁਤ ਗੋਰੀ ਹੈ, ਬੜੇ ਫਿਲਟਰ ਲਾਏ ਹੋਏ ਆ। ਸੱਚੀਆਂ ਗੱਲਾਂ। ਹੁਣ ਕੋਲਗੇਟ ਲੈਣਾ, ਪੇਸਟ ਲੈਣਾ, ਉਹਦਾ ਦੰਦਾਂ ਨਾਲ ਕੀ ਮਤਲਬ ਹੈ? ਕਿਹੜਾ ਪੇਸਟ ਹੈ ਜਿਹੜਾ ਦੰਦ ਚਿੱਟੇ ਕਰਦਾ? ਦੱਸੋ।
जे अंदरों कैल्शियम पूरा नहीं तो चिट्टा कितों हो जूगा। लगे हुए घसाउण भी ਉਹਦੇ दंद चमकते सी ऐड ਦੇ ਵਿੱਚ ਇਦਾਂ ना फर्क बनती इफेक्ट ये चीज़ां बर्बाद हो गई। कहते मंत्री ने मंत्र घड़िया भोजन बनाए 36 प्रकार के जिहदे विच मांस मछली दूजी तरह के भोजन ਜਿਹੜੇ सादगी वाले शाकाहारी मांसाहारी वो परखदे आ भी साध वेखदे आ मीट किद्दां करदे आ। आउंदे सी पहिलां हੱਡ हुੱਡ खा के लंघ जांदे सी कदे इत्थे किहड़ा कोई देखदा है। राजे दा ते भरोसा बड़ा है। उन्हां लड़कियां औरतां दे हत्थ बड़े बड़े थाल बनाए आप भी हत्थां च भेटां लेके माया लेके सुके मेवे लेके उस बाग विच पुजिया गमन्यो उपबन को तत्काला जहां विराजत दीन दयाला। उसे बाग विच आया जिथे गुरु साहब ना पूजे बैठे किसी थड़े ते नहीं बैठे बड़े थड़े बड़े हुए बाग दे विच बैठ वाले मर्द धरती ते बैठे लिया के सतगुरां दे सामने चादरां विछाईयां। हुण राजे दा जी ट्रीटमेंट है कोई माड़ा मोटा होना VIP ते होगा ना परखना ते है ही है। कहते सोहणियां सोहणियां चादरां गलीचे विछाए गए थाल परोसे गए मत्था टेकिया बड़ी इज्जत शानो शौक नाल भेटा रखी। यो चीज़ां ने बंदे नूं बुला दिंदियां मजाक नहीं है ये सच है। जड्डा मर्जी साध वड्डा होवे 1 लाख का चैक कोले रख दिओ मैं कहना वो कहना भी ले चीला ते पता ही है साडा माया डुला दिंदी है। 1 लाख की गल छड्डो मेरे वर्गे नूं 2100 3100 वे के वेख लो एक सिफतां ही करनों नहीं रखता। माया दे पुजारीआं किते ना किते खड़े आ। गुरु साहब के सामने सोने चांदी हीरे मोतियां के थाल रखे तो भोजन रखता। ये की है जो साध वेखणगे नीत फिट जानी उन्होंने कहना मंत्रिया तेरा भला हो जे रब तेनू बहुता दवे तेरा फलाना फलाना बड़ा कुछ बोलना। भाई मरदाने नूं बेशक भुख लगी सी उन्हें गुरु साहब के दिल में जानी चुप रहा। भाई बाला जी शांत रहे गुरु नानक साहब महाराज ने उन्हां वल वेखिया ते नेत्र नहीं वेखण 36 प्रकार के भोजनां वल गरीब नवाज पातशाह ने तकिया भी ना। हीन बंदना द्वै कर जोरी आगे भोजन तरयो बिहोरी। हुण के मंत्री परशुराम हाथ जोड़ के कहंदा हे गरीब नवाज पीर जी फकीर जी संत जी महात्मा जी रब दे प्यारे हो रब्बा मेरेया ये की आ यही चीज़ां बंदे नूं धर्म तो तोड़दी। तुसीं तुरे जाते हो तुहानूं कोई आके कहते संत जी बड़ी कृपा तुहाडे ते गुरमुखा तू ते बड़ा महान है बस आही शब्दां दी हेर फेर है बंदा सेवा तो जाता है सिमरन तो जाता है भगती तो जाता है। कहंदा मैनूं पाठ करन दी की लोड़ है मैनूं तो ज्ञानी जी कहंदे मैनूं ते लोकी गुरमुख प्यारा कहंदे आ मैं हुण घट करदे यार सारे नूं पता मैं ते पाठ बहुत करदा। जिहड़े कच्चे भांडे उछल जाते आ जिहड़े पक्के ने ना वो कहंदे गल सुन ला मेरी अज तो बाद जी गुरमुख के हाँ साधु क्या फकीर क्या रब दा प्यारा क्या मैं तेरे मरने छतर। वो कहता क्यों साधुओं को डांगा रखियां होंगी पक्के होंगे जे कोई मत्था टेकदा मार दिया मौलां ते कहते इधर आ कहते यार बाबा बड़ा कर मैं गालां कढदा क्यों कढदा है उन्हें पता है भी ये वही लोग ने जिहड़े तरीफां दे पुल बन बन के मेरी अंदर दी लिव मेरी अंदर दी सुरत मेरे रब तो तोड़दे नहीं। ये माया तो बचना ये माया दा रूप है। ਤੁਹਾਨੂੰ ਵੀ ਬਾਰ-ਬਾਰ ਗੁਰਮੁਖ ਪਿਆਰਾ ਕਹਿੰਦਾ ਬਚੋ ਉਸ ਪਾਪੀ ਬੰਦੇ ਤੋਂ ਤੁਹਾਡੀ ਭਗਤੀ ਤੋੜ ਰਿਹਾ ਹੈ ਤੁਹਾਨੂੰ ਰੱਬ ਤੋਂ ਦੂਰ ਕਰਦਾ ਹੈ। ਸਾਨੂੰ ਚੰਗਾ ਲੱਗੀ ਨਾ ਆਗੇ ਮਰਦ ਦੇ ਸਾਹਮਣੇ ਉਹਦੇ ਬੜੇ ਤਖੱਲਸ ਵਰਤੇ ਮੰਤਰੀ ਹੈ ਅਗਰ ਆਖਰਕਾਰ ਰਾਜਨੀਤੀ ਵਰਤਦਾ ਮਿੱਠੇ ਮਿੱਠੇ ਬੋਲ ਕਹਿੰਦਾ ਮਹਾਂਪੁਰਖੋ ਬੜੀ ਕਿਰਪਾ ਕੀਤੀ ਭਾਗ ਲਾਏ ਬਾਗ ਹਰਾ ਭਰਾ ਕਰਦਾ ਰਾਜਾ ਤੇ ਤੁਹਾਡਾ ਉਪਾਸ਼ਕ ਹੈ। ਇਹ ਸਾਰਿਆਂ ਨੂੰ ਕਹਿੰਦਾ ਸੀ ਨਵੀਂ ਨਹੀਂ ਹੈ ਕੋਈ ਅੱਜ पर अंतरजामी सतगुरु दिलां दियां जानदे ने। निरपत पठ्यो है करो आहार सुन श्री नानक बचन उचारा। हाथ जोड़ गोडे पुते मार गुरु नानक साहब दे कोल बह के बाग च मंत्री कहंदा जिस मंत्री नाल सैकड़े सिपाही दे किन्नियां औरतां चल के आईयां हाथ जोड़ के खड़ियां एडा वधिया ट्रीटमेंट मिले ते पट्टे पट्टे हिल जांदे आ। कोई अज के समय का साध बड़े बड़े साध वेखे ना गड्डियां ते चेयरमैन के बॉक्स लाई फिरदे हुंदे अगे झंडी ला के वो कहंदे यार पहला दस भी तू संत है साधुआं तो चेयरमैन तू किसे पार्टी का बुलारा है अगला हालत है
ਹੁਣ जिस वेले कोई इन्ना मान सन्मान मिले इत्थे ते किसी एक प्रचारक नूं 4 गनमैन मिल जाण भौंकण लग जांदा वध घट कहदा लै मैनूं डर है किसी दा हुण ते मैं रब नूं भी माड़ा बोलूं मैं ते कहदा रब ही नहीं हुंदा इहदी हवा च है 4 गनमैन तुरे फिरदे नाल ओहदी हवा च तुरे भी लोग मत्थे टेकदे मैं लोकां तों की लैणा गुरु साहब दे सामने बैठ के मंत्री कहंदा जी ये राजे ने आप जी दे वास्ते भोजन भेजे है आप जी इहनूं प्रवान करो ये तुच्छ नहीं बेटा तुच्छ मतलब बिल्कुल कुछ भी है नहीं ते अजे ते बहुत कुछ आऊगा गुरु साहब ने ओदे वल वेख्या ते हंसे क्यों कि वाह वे बंदिया फकीरां नाल भी चलाकीयां खेडदा आखो सतनाम ਅਸੀਂ ਵਰਤ ਲਾਂਗੇ ਕਿਸੇ ਸਾਨੂੰ ਕੌਣ ਕਿਸ ਮੋੜ ਤੇ ਕਿਹੜੀਆਂ ਗੱਲਾਂ 'ਚ ਪਰਖਦਾ ਹੈ ਸਾਡੇ ਤੇ ਸਮਰੱਥਾ ਹੈ ਸਮਝਣ ਦੀ ਨਹੀਂ ਸਾਨੂੰ ਲੋਕ ਮੁੱਖ ਬਣਾ ਜਾਂਦੇ ਮੂੰਹ ਤੇ ਕੁਝ ਹੋਰ ਪਿੱਠ ਪਿੱਛੇ ਕਈ ਵਾਰ ਹੋਰ ਹੁੰਦੇ गुरु साहब ने उदों बड़े सख्त शब्दां च आखिया कहते परसराम एक ही लेके आया कहता जी भोजन लेके स्वादिष्ट हुण जिहड़े कोदरे दी रोटी खांदे आ फकीरां वाला जिन्हां दा लिबास है भुख प्यास करदे आ उन्हां 36 प्रकार दे भोजनां तों की लेना गुरु साहब ने कोल बिठा लिया मर्द कहदी इधर आ साडा बचन सुणदा मारू महला पहला रस कस स्वाद अनेक है बिख फल मीठे चाख उस वेले सतगुरां ने राग मारू विच अमृत वचन आखिया कि ते रस कस जिन्ने ये फल ने भाई ये सारे फीके ने ये ते जहर ने तू फकीरां नूं जहर दे के मारेगा आखो सतनाम ये ते विखिया दा फल है जहर दा फल है जिन्ना भोजन तलिया होएगा बद मसालियां वाला होएगा आपां खुश होंदे आ भी मैं गया जी फलाने ने मैनूं 5 कौलियां लाइयां रोटी खाण वास्ते खुश ना हो दुश्मन है तेरा वो कहदा ते लीवर दा बैठे बेड़ा यार ये ते इंडियन चल ਜਾਂਦਾ ਹੈ ਤੁਹਾਡੇ ਨਾਲ ਪਿਆਰ ਕਰਨ ਵਾਲਾ ਹੋ ਤੁਹਾਨੂੰ ਇੱਕ ਕੌਲੀ ਲਾ ਕੇ ਦੋ ਸਿੰਪਲ ਕਹਿੰਦਾ ਆ ਛਕੋ ਜੀ ਸਿਹਤ ਲਈ ਚੰਗੇ ਹੈ ਅੱਜ ਦੁਨੀਆ ਬਿਮਾਰ ਕਿਉਂ ਹੈ ਵਿਆਹਾਂ 'ਚ ਜਾਂਦੇ ਆ ਇੰਨੇ ਤੇ ਪਸ਼ੂਆਂ ਦੇ ਅੱਗੇ ਟੇਬਲ ਨਹੀਂ ਲੱਗੇ ਹੁੰਦੇ ਜੀ ਖੁਰਲੀਆਂ ਜਿੰਨੀਆਂ ਸਾਡੇ ਅੱਗੇ ਲੱਗੀਆਂ ਹੁੰਦੀਆਂ ਕਿੰਨੇ ਆਪਸ਼ਨ ਪਏ ਆ ਵੀ ਖਾ ਲਾ ਅਸੀਂ ਆਪਸ਼ਨ ਨਹੀਂ ਚੁਣਿਆ ਪਹਿਲਾਂ ਕੋਈ ਪਕਾਉਣੇ ਆ ਚੱਲਣ ਕਾਫੀ ਚੱਲਣ ਦੇ ਕੋਕ ਫਿਰ ਸਪਰਿੰਗ ਰੋਲ ਚੱਲਣ ਦੇ ਟਿੱਕੀ ਚੱਲਣ ਦੇ ਦਹੀਂ ਭੱਲਾ ਪਾਪੜੀ ਸਭ ਕੁਝ ਖਾ ਪੀ ਕੇ ਉਜਾੜਾ ਕਰਕੇ ਬਾਅਦ ਚ ਜੇ ਕੋਈ ਕਹਿੰਦਾ ਚਲਿਏ ਸ਼ਕਰਪਾਤ ਉਹ ਨਾ ਰੋਟੀ ਲੱਗਣੀ ਹੈ ਰੋਟੀ ਨਹੀਂ ਹੈ ਬਰਬਾਦੀ ਹੈ ਤੇਰੀ ਉਹ देखो खा के ब्याह का भोजन अज लोगों की उम्र घट गई ਜਿਹੜੇ ਚੰਗੇ ਲੋਕ ਨੇ ਨਾ ਚੰਗੇ ਪਰਖ ਕੇ ਵੇਖਿਓ ਕਦੇ ਉਹਨਾਂ ਨੂੰ ਕਿਸੇ ਦੇ ਵਿਆਹ ਤੇ ਜਾਣਗੇ ਘਰੋਂ ਰੋਟੀ ਖਾ ਕੇ ਜਾਣਗੇ ਉੱਥੇ ਬਸ ਮਾੜਾ ਮੋਟਾ ਫਰੂਟ ਖਾਂਦਾ ਜਾਣਗੇ ਸਮਝ ਆਇਓ ਨਾ ਵੀ ਤੇ ਜ਼ਹਿਰ ਹੈ ਦੁਨਿਆਵੀ ਤੌਰ ਤੇ ਵੀ ਬਹੁਤਾ ਰੰਗ ਬਰੰਗਾ ਭੋਜਨ ਖਾਣਾ ਜ਼ਹਿਰ ਹੈ ਤੇ ਗੁਰੂ ਸਾਹਿਬ ਉਹਦੀ ਬਿਰਤੀ ਜਾਣ ਕੇ ਕਹਿੰਦੇ ਤੂੰ ਸਾਧੂਆਂ ਨੂੰ ਜ਼ਹਿਰ ਪਰੋਸਦਾ ਹੈ ਔਰ ਕਾਹਦੀ ਯਾਰੀ ਤੇਰੀ ਕਾਹਦਾ ਪਿਆਰ ਹੈ ਤੇਰਾ ਉਹ गुरु साहब के मुख वाल वेखे भी मैं तो इन्ना समान लेके आया जी तो जहर दस देना सुभाविक गल है पर अंदरों कपट सी छल सी भी वेखा फकीर औरतां वाल वेखदे आ जां भोजन नवेड़दे आ जे ते हुंदा दुनियावी जिवें पहला हुंदी सी उन्हां कहना सी पा यार होर लिया लस्सी लिया दुध वाह खीर वाह भाई बहुत आनंद आया भगता तेरी अरदास करा दो क्या रोटियां पर गुरु नानक साहब महाराज ने सख्त शब्दां दे विच मारू राग विच शब्द उचार के आखिया ए जिन्ने रस कस स्वाद ने भाई जीव दे ने आ तू जहर परोसिया ए किरपा करे जिस अपनी ताको रखे आप ऐसा वचन महाराज ने कहता कृपा करे जिस अपनी ताको रखे आप कहते रब परमात्मा जिहदे ते कृपा करदा उसे नूं इसे तो बचा के रखदा बचाउण दी गल करदे जहर तो लोड़ तो वध के खादा भोजन जहर लोड़ तो वध के महंगे पाए कपड़े जहर महंगे गहने पा लो कन्ना दा ही नहीं पता कौन ले जे वड के खतरा ना हर पासे खतरा महंगी जुत्ती पा के गुरुद्वारे आज बैठे कदा की तो ध्यान जुड़ेगा हृदय ताकी रहे जय ही है सादगी च रहिए गुरु नानक साहब सच्चे पातशाह दे बचनां नूं सुन के कहंदे ओ परसराम कंब गया और ओदी ड्यूटी लगी है राजे वालों परखते सही वो सोचदा भी ये साध एवें ना ड्रामे जे करदे आ भी कोई गल नहीं भुख लगी हो इन्हां ते छड्डना कुछ पर गुरु साहब ने स्पष्ट कहता कि जे रस कस जिन्ने स्वाद सारे फीके ने
ਉਹ ਜਿਨ੍ਹਾਂ ਨੂੰ ਨਾਮ ਦੇ ਰਸ ਦਾ ਰਸ ਆ ਗਿਆ ਜੀ, ਉਹਨਾਂ ਨੂੰ ਜੱਗ ਦੇ ਪਦਾਰਥਾਂ ਦਾ ਰਸ ਹੀ ਆਉਂਦਾ ਹੈ। ਇਹ ਰਸ ਪੀਆ ਉਹ ਰਸ ਨਹੀਂ ਭਾਵਾ, ਉਹਨਾਂ ਨੂੰ ਇਹ ਰਸ ਇਹ ਪਦਾਰਥ ਭਾਉਂਦੇ ਨਹੀਂ, ਜੱਗ ਦੇ ਪਦਾਰਥ ਉਹ ਨਹੀਂ ਛਕਦੇ। ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ਟ ਸ਼ਬਦ ਕਹਿੰਦੇ। ਅੱਗੋਂ ਫਿਰ ਮੰਤਰੀ ਕਹਿੰਦਾ ਜੀ ਇਹ ਤੁਹਾਡੇ ਕਰਕੇ ਹੀ ਬਣਾਏ ਆ ਜੀ, ਆਪ ਜੀ ਦੇ ਪਿਆਰ 'ਚ ਭਿੱਜ ਕੇ ਰਾਜੇ ਨੇ ਖੁਦ ਤਿਆਰ ਕਰਾਏ। ਮਿੱਠੀਆਂ ਗੱਲਾਂ ਗੁਰਾਂ ਨੂੰ ਪਰਮਾਉਣਾ ਚਾਹੁੰਦਾ ਏ। ਚੋਪਈ ਰਸ ਕਸ ਸਾਧ ਬਾਦੇ ਜਾਨੋ, ਨਾਮ ਮਹਾਰਸ ਸੁਖ ਦਾ ਮਾਨੋ। ਗੁਰੂ ਸਾਹਿਬ ਕਹਿੰਦੇ ਆ ਰਸ ਕਸ ਜੱਗ ਦੇ ਪਦਾਰਥਾਂ ਦੇ ਭਾਈ ਫੀਕੇ ਨੇ, ਦੁਖਦਾਈ ਨੇ। ਰੰਗ ਬਰੰਗਾ ਭੋਜਨ ਛਕ ਕੇ ਆਓ, ਵਿਆਹ ਤੋਂ ਲੋਕੇ ਢਿੱਡ ਭਰੇ ਫਿਰਦੇ, ਕਹਿੰਦੇ ਕੀ ਕਰੀਏ ਅੱਜ ਲੱਗਦਾ ਪੇਟ ਗੈਸ, ਅੱਜ ਨੀਂਦ ਨਹੀਂ ਆਉਂਦੀ, ਵੱਧ ਹਜਮੀ ਕਿਉਂ ਹੈ? ਜ਼ਹਿਰ ਖਾ ਕੇ ਆਇਆ ਤੇ ਹੋਣਾ ਹੀ ਹੈ। ਘਰ ਦੀ ਰੋਟੀ ਖਾ ਕੇ ਹੁੰਦਾ ਨਹੀਂ। ਇੱਕ ਦਾਲ ਹੋਵੇ ਜਾਂ ਇੱਕ ਸਬਜ਼ੀ ਹੋਵੇ, 4 ਫੁਲਕਿਆਂ ਦੀ ਭੁੱਖ ਹੈ, 2 ਖਾ ਕੇ ਵੇਖੋ, ਆਨੰਦ ਹੀ ਆਨੰਦ, ਰਸ ਹੀ ਰਸ। ਗੁਰੂ ਸਾਹਿਬ ਨੇ ਜਦੋਂ ਇਹ ਬਚਨ ਕਹਿ ਦਿੱਤੇ, ਮਰਦ ਕਹਿੰਦੇ ਜ਼ਹਿਰ ਚੁੱਕ ਲਾ ਭਾਈ, ਸਾਨੂੰ ਨਹੀਂ ਚਾਹੀਦੀ, ਕਿਉਂ ਫਕੀਰਾਂ ਨੂੰ ਪਰੋਸਣ ਲੱਗੇ ਹੈ? ਇੱਥੇ ਤੇ ਕਈ ਦਿਨਾਂ ਦੀ ਭੁੱਖ ਹੁੰਦੀ ਹੈ, ਇੱਕ ਦਿਨ ਕੋਦਰੇ ਦੀ ਰੋਟੀ ਮਿਲ ਗਈ ਨਾ ਮਿਲੀ ਤੇ ਨਾ ਸਹੀ। ਮਰਦ ਕਹਿੰਦੇ ਅਸੀਂ ਇਹ ਪ੍ਰਵਾਨ ਨਹੀਂ ਕਰਨਾ, ਲੈ ਜਾ ਵਾਪਸ। ਜਿਹੜੇ ਛਕਦੇ ਆ ਕਿ ਉਹਨਾਂ ਨੂੰ ਮੁਬਾਰਕ ਹੈ, ਸਾਨੂੰ ਤੇ ਨਾਮ ਦਾ ਰਸ ਆਉਂਦਾ, ਅਸੀਂ ਤੇ ਉਹ ਰਸ ਸੁਖਦਾਈ ਵਿੱਚ ਸੁਖੀ ਆ, ਇਹ ਤੇ ਦੁੱਖਾਂ ਦਾ ਕਾਰਨ ਹਨ। ਹਸੇ ਜੇ ਉਨ ਮਹਿ ਹੋਤ ਬਿਕਰਾ, ਆਹੇ ਨਾਮ ਕੇ ਰਸ ਅਵਕਾਰਾ। ਫਿਰ ਉਹ ਪਰਸਰਾਮ ਪੁੱਛਦਾ ਹੈ, ਕਹਿੰਦਾ ਕਿਉਂ ਨਹੀਂ ਛਕਦੇ? ਸਤਿਗੁਰ ਕਹਿੰਦੇ ਇਹ ਰਾਮ ਦਾ ਅਵਤਾਰ ਨਹੀਂ, ਇਹ ਕਾਮ ਦਾ ਅਵਤਾਰ ਹੈ। ਲੋੜ ਤੋਂ ਵੱਧ ਕੇ ਭੋਜਨ ਇਹ ਦੁਖਦਾਈ ਹੈ, ਤਕਲੀਫ ਦਿੰਦਾ ਹੈ, ਤੇ ਇਹਨੂੰ ਖਾ ਕੇ ਬੰਦਾ ਰੱਬ ਦੇ ਵਸ ਨਹੀਂ ਆਉਂਦਾ, ਵਿਕਾਰਾਂ ਦੇ ਵਸ ਆਉਂਦਾ ਹੈ। ਬਹੁਤਾ ਹੈਵੀ ਭੋਜਨ ਕਰਕੇ ਵੇਖੋ, ਡਿਨਰ ਕਰ ਲਓ, ਲੰਚ ਕਰ ਲਓ, ਬ੍ਰੇਕਫਾਸਟ ਕਰ ਲਓ, ਕੀ ਹੋਊਗਾ? ਯਾਰ ਮੈਂ ਸੋਣਾ ਚਾਹ ਬਣਾ, ਅੱਖਾਂ ਨਹੀਂ ਖੁੱਲ੍ਹਦੀਆਂ, ਕੀ ਆਖੋ? ਲੋੜ ਤੋਂ ਵੱਧ ਕੇ ਹਾਲਤ ਬਿਮਾਰੀ ਹੋ ਗਈ ਹੈ, ਮਨ ਦਲਿਦਰੀ ਹੋ ਜੂ, ਸਰੀਰ ਦਲਿਦਰੀ ਹੋ ਜੂ। ਪਰਸਰਾਮ ਤਰਲੇ ਮਿੰਤਾਂ ਕਰੀ, ਕਹਿੰਦਾ ਪਾਤਸ਼ਾਹ ਥੋੜਾ ਜਿਹਾ ਛੱਡ ਲਓ। ਗੱਲ ਕਹਿੰਦੇ ਐਦਾ ਚੁੱਕੇ ਜਿਹਨੇ ਭੇਜਿਆ ਉਹਨੂੰ ਛਕਾ ਖੋ ਸਤਨਾਮ ਆਪ ਛਕਦਾ। ਹੁਣ ਪਰਖ ਕੇ ਵੇਖਿਓ, ਭਾਵੇਂ ਅੱਜ ਭਾਵੇਂ ਪੁਰਾਣਾ, ਜਿਹੜੇ ਰਾਜੇ ਮਹਾਰਾਜੇ ਹੋਣਗੇ ਨਾ ਜੀ, ਅੱਜ ਵੀ ਤੇ ਪੁਰਾਣੇ ਵੀ, ਉਹਨਾਂ ਦਾ ਭੋਜਨ ਇੰਨਾ ਸਿੰਪਲ ਹੁੰਦਾ, ਇੰਨਾ ਸਿੰਪਲ ਹੁੰਦਾ, ਉਹ ਤੇ ਤੜਕੇ ਵੀ ਨਹੀਂ ਹੁੰਦੇ। ਤੇ ਜਿਹੜੇ ਸਾਡੇ ਵਾਲਾ ਲਾਣਾ ਹੁੰਦਾ, ਉਹ ਕਹਿੰਦੇ ਇੱਕ ਸਬਜ਼ੀ ਨੂੰ 4 ਵਾਰ ਤੜਕਾ, ਤੇ ਦਹੀਂ ਨੂੰ ਵੀ ਤੜਕਾ ਨਹੀਂ। ਬਹੁਤ ਕੁਝ ਚੱਲਦਾ ਹੈ। ਇਹੀ ਕਾਰਨ ਹੈ ਸਾਥੋਂ ਨਾਮ ਨਹੀਂ ਜਪਿਆ ਜਾਂਦਾ, ਸੇਵਾ ਨਹੀਂ ਕੀਤੀ ਜਾਂਦੀ, ਗੁਰੂ ਘਰ ਜਾਣ ਨੂੰ ਜੀ ਨਹੀਂ ਕਰਦਾ, ਦਿਲ ਕਰਦਾ ਰਿਮੋਟ ਲੈ ਕੇ ਟੀਵੀ ਵੇਖੀ ਜਾਵਾਂ, ਫਿਲਮਾਂ ਵੇਖੀ ਜਾਵਾਂ, ਗਾਣੇ ਸੁਣੀ ਜਾਵਾਂ, ਬੈਠ ਜਾਣਾ ਗੁਰਦੁਆਰੇ। ਆਲਸ, ਦੁੱਖ ਭੋਜਨ ਦਾ ਇਫੈਕਟ ਹੈ, ਭੋਜਨ ਦਾ ਅਸਰ ਹੈ। ਗੁਰੂ ਸਾਹਿਬ ਨੇ ਪਹਿਲੀ ਕਸਵੱਟੀ ਵਿੱਚ ਪਰਸਰਾਮ ਨੂੰ ਕਹਿੰਦਾ ਲੈ ਜਾ ਜ਼ਹਿਰ ਚੁੱਕ ਕੇ, ਸਾਨੂੰ ਨਹੀਂ ਚਾਹੀਦੀ। ਉਹ ਤਰਲੇ ਮਿੰਤਾ ਕਰਦਾ, ਕਹਿੰਦਾ ਜੀ ਇੰਨੀ ਮਿਹਨਤ ਨਾਲ ਭੋਜਨ ਬਣਾਏ, ਮਿੱਠੇ ਪਦਾਰਥ ਤੇ ਥੋੜਾ ਛਕ ਲਓ, ਉਹਦੇ ਚ ਮਾਸ ਵੀ ਪਰੋਸਿਆ ਹੋਇਆ, ਦੂਜਾ ਵੀ ਹੈ। ਉਹਦੇ ਸੋਚ ਕੇ ਆਇਆ ਸੀ ਵੀ ਬਾਬਿਆਂ ਨੇ ਤੇ ਲੱਗ ਵੀ ਛੱਡਣਾ ਹੀ ਕੋਈ ਨਹੀਂ। ਅੱਗੇ ਜਿਹੜੇ ਉਹ ਇਹੀ ਕੰਮ ਕਰਦੇ ਰਹੇ ਆ, ਮੱਛੀਆਂ ਖਾ ਕੇ, ਮੀਟ ਖਾ ਕੇ ਜਾਂਦੇ ਹੋਏ ਉਹਨਾਂ ਨੇ ਰਾਜੇ ਨੂੰ ਵਰ ਦੇ ਕੇ ਜਾਣਾ। ਰਾਜਾ ਕਹਿੰਦਾ ਕੁੱਟਿਓ ਮਾਰੇ ਉਹਨਾਂ, ਜਾਣ ਦਿਓ ਭਾਈ, ਮੈਨੂੰ ਇੰਨਾ ਹੀ ਪਤਾ ਵੀ ਇਹ ਮੇਰੇ ਸਤਿਗੁਰੂ ਨਹੀਂ, ਮੇਰਾ ਸਤਿਗੁਰੂ ਸੰਤੋਖੀ ਹੈ। ਰਾਜਾ ਇਹ ਪਰਖਣ ਆਇਆ ਕਿਉਂਕਿ ਮਨਸੁਖ ਸ਼ਾਹੂਕਾਰ ਕਹਿ ਕੇ ਗਿਆ ਮੇਰਾ ਗੁਰੂ ਸੰਤੋਖ ਦੀ ਮੂਰਤ, ਮੇਰਾ ਗੁਰੂ ਪਰਉਪਕਾਰੀ, ਮੇਰਾ ਸਤਿਗੁਰੂ ਨਿਮਰਤਾ ਦੀ ਮੂਰਤ, ਉਹ ਤੇ ਪਿਆਰ ਦਾ ਮੁਜੱਸ਼ਮਾ ਹੈ, ਉਹ ਦਿਲਾਂ ਦੀਆਂ ਜਾਣਦਾ ਏ। ਰਾਜਾ ਕਿਤੇ ਨਾ ਕਿਤੇ ਉਸ ਕਾਡਰ ਤੇ ਕੰਮ ਕਰ ਰਿਹਾ ਹੈ। ਪਰਸਰਾਮ ਸਭ ਕੁਝ ਲੈ ਕੇ ਵਾਪਸ ਆ ਰਿਹਾ ਹੈ। ਵੇਖੋ ਗੱਲ ਰਾਜੇ ਸ਼ਿਵਨਾਥ ਦੀ ਨਹੀਂ ਹੈ, ਰਾਜੇ ਸ਼ਿਵਨਾਥ ਨੇ ਗੁਰੂ ਨਾਨਕ ਸਾਹਿਬ ਤੇ ਵੀ ਕਸਵੱਟੀਆਂ ਲਾਈਆਂ ਨੇ। ਪਹਿਲੀ ਕਸਵੱਟੀ ਅੱਜ, ਕੱਲ ਦੂਜੀ, ਤੀਜੀ ਲੱਗੇਗੀ। ਗੁਰੂ ਸਾਹਿਬ ਦੀ ਕਿਰਪਾ ਨਾਲ ਸਰਵਣ ਕਰਕੇ ਆਨੰਦ ਮਾਣਾਂਗੇ। ਵੇਖੋ ਕਿੱਡਾ ਵੱਡਾ ਜੀਵਨ ਹੈ ਗੁਰੂ ਤੇ ਗੁਰੂ ਦੇ ਸਿੱਖਾਂ ਦਾ, ਤੇ ਰਾਜੇ ਦਾ ਕਿੱਡਾ ਵੱਡਾ ਸਿੱਧ ਕਰਦੀ। ਅਸੀਂ ਤੇ ਕਿਸੇ ਨੂੰ ਇੱਥੇ ਅੰਮ੍ਰਿਤ ਛਕ ਕੇ ਠੇਕੇ ਕੋਲ ਖੜਾ ਵੇਖ ਲਿਆ, ਯਾਰ ਮੈਂ ਨਹੀਂ ਅੰਮ੍ਰਿਤ ਛਕਣਾ, ਯਾਰ ਅੰਮ੍ਰਿਤ ਛਕਣ ਦੀ ਆਹ ਕਰਦੇ ਕਿਉਂ ਕਰਦੇ ਆ ਬਈ? ਉਹਨਾਂ ਨੂੰ ਵੇਖ ਜਿਹੜੇ 1 ਵਜੇ ਉੱਠਦੇ ਆ, 2 ਵਜੇ ਉੱਠਦੇ, ਬੰਦਗੀ ਕਰਦੇ, ਉਹ ਨਹੀਂ ਦਿਸਦੇ ਨਹੀਂ, ਉਹ ਕਿਉਂ ਦਿਖਣੇ ਆ? ਸਾਨੂੰ ਦਿਸਣਾ ਹੀ ਉਹ ਆ ਜੋ ਅਸੀਂ ਆਪ ਕਰਦੇ ਹਾਂ। ਹੁਣ ਰਾਜੇ ਦੇ ਕੋਲ ਸੁਨੇਹਾ ਗਿਆ ਵੀ ਇਹ ਜਿਹੜੇ ਫਕੀਰ ਨੇ ਜਿੱਦ ਕਰਦੇ, ਉਹਨਾਂ ਇਹ ਨਹੀਂ ਕਿਹਾ ਜਾ ਕੇ ਵੀ ਇਹ ਪੱਕੇ ਆ, ਪੂਰੇ ਆ ਜੀ, ਇੱਥੇ ਨੂੰ ਡੋਲੇ ਕੁਝ ਹੋਰ ਕਰਕੇ ਵੇਖੋ, ਡੋਲ ਜਾਣਗੇ। ਸਮਾਂ ਸਮਾਪਤ ਆ, ਜਿਵੇਂ ਗੁਰੂ ਸਾਹਿਬ ਚੋਜ ਵਰਤਾਉਣਗੇ, ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।